ਬੱਜੇ ਸੰਗਲੀਆਲੇ ਸੰਗਰ ਟੋਹਰੇ, ਡਹੇ ਜੋ ਖੇਤ ਜਟਾਲੇ ਹਾਠਾਂ ਜੋੜ ਕੇ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ, ਸਰਬੱਤ ਮਾਈ ਭਾਈ, ਹੁਣੇ ਹੁਣੇ ਗਰੀਬ ਨਵਾਜ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਜੀਵਨ ਕਥਾ, ਅੰਮ੍ਰਿਤ ਕਥਾ ਸ਼ਰਵਣ ਕਰ ਰਹੇ ਸੀ। ਸਤਿਗੁਰੂ ਜੀ ਦਾ ਪਵਿੱਤਰ ਜਸ, ਜਿਸ ਬਾਰੇ ਸੰਤ ਧਿਆਨ ਸਿੰਘ ਜੀ ਕਹਿੰਦੇ ਨੇ, ਸਤਿਗੁਰ ਜਸ ਹੈ ਸੈਲ ਨਬਾਤੇ, ਮੈਂ ਚੀਟੀ ਕਿਆ ਚੁੱਕ ਹੋਂ ਤਾਤੇ। ਸਤਿਗੁਰੂ ਜਸ ਹੈ ਸਿੰਧ ਮਹਾਨੇ, ਬੀਨ ਦੀਨ ਮਤ ਕਿਆ ਗਤ ਜਾਣੇ। ਸਤਿਗੁਰੂ ਦਾ ਜਸ ਮਿਸ਼ਰੀ ਦਾ ਪਹਾੜ ਹੈ। ਸਤਿਗੁਰੂ ਦਾ ਜਸ ਅੰਮ੍ਰਿਤ ਦਾ ਸਰੋਵਰ ਹੈ, ਅੰਮ੍ਰਿਤ ਦਾ ਸਾਗਰ ਹੈ। ਉਸ ਨੂੰ ਆਪ ਜੀ ਸ਼ਰਵਣ ਕਰ ਰਹੇ ਸੀ। ਜਿੱਥੇ ਆਪ ਜੀ ਨੇ ਸ਼ਾਂਤਮਈ ਸ਼ਾਂਤ ਰਸ ਦੀ ਕਥਾ ਸ਼ਰਵਣ ਕੀਤੀ ਹੈ, ਉੱਥੇ ਆਪ ਜੀ ਰੋਜ਼ਾਨਾ ਦੀ ਤਰ੍ਹਾਂ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਦੁਆਰਾ ਰਚੀ ਗਈ ਮਹਾਨ ਬੀਰ ਰਸੀ ਪਵਿੱਤਰ ਬਾਣੀ ਚੰਡੀ ਦੀ ਵਾਰ ਦੀ ਵਿਚਾਰ ਸਰਵਣ ਕਰੋਗੇ। ਦਾਸ ਨੂੰ ਕੁਛ ਅਰਜ਼ਾਂ ਕਰਨ ਦੀ ਯੋਗਤਾ ਬਖਸ਼ਣ ਵਾਸਤੇ ਇੱਕ ਵਾਰ ਅਸੀਸ ਦਿਓ। ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਇੱਕ ਵਾਰ ਫਿਰ ਕਿਰਪਾ ਕਰੋ, ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਹਜ਼ੂਰ ਸਤਿਗੁਰੂ ਜੀ ਦੇ ਚਰਨਾਂ 'ਚ ਸਿਰ ਨਵਾਈਏ, ਗੱਜ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ। ਤੋ ਸਤਸੰਗੀ ਜਨੋ, ਦੇਵੀ ਦੁਰਗਾ ਔਰ ਰਾਖਸ਼ਾਂ ਦੇ ਜੰਗ ਦਾ ਅੰਤਮ ਤੋਂ ਪਹਿਲਾ ਪੜਾਅ ਜਿਹੜਾ ਹੈ ਉਹ ਚੱਲ ਰਿਹਾ ਹੈ। ਆਪ ਜੀ ਨੇ ਹੁਣ ਤੱਕ 3-4 ਜੰਗਾਂ ਦਾ ਵਰਣਨ ਜਿਹੜਾ ਹੈ ਉਹ ਸਰਵਣ ਕਰ ਲਿਆ ਹੈ। ਅੱਜ ਜੋ ਗੁਰੂ ਕਲਗੀਧਰ ਪਾਤਸ਼ਾਹ ਜੀ ਚੱਲ ਰਹੀ ਜੰਗ ਬਾਰੇ ਆਪਣੀ ਪਵਿੱਤਰ ਰਚਨਾ ਤੋਂ ਬਚਨ ਕਰਨਗੇ, ਅਥਵਾ ਆਪਣੀ ਪਾਵਨ ਪਵਿੱਤਰ ਕਲਮ ਦੁਆਰਾ ਜੋ ਪਵਿੱਤਰ ਬਾਣੀ ਦੀ ਰਚਨਾ ਕਰਨਗੇ, ਉਸ ਦੇ ਬਾਰੇ ਆਪਾਂ ਸਰਵਣ ਕਰਾਂਗੇ। ਸੋ ਆਪ ਜੀ ਧਿਆਨਪੂਰਵਕ ਸਰਵਣ ਕਰੋ ਜੀ। ਬੱਜੇ ਸੰਗਲੀਆਲੇ ਸੰਗਰ ਡੋਹਰੇ, ਮੈਦਾਨੇ ਜੰਗ ਵਿੱਚ ਦੋਹਰੇ ਨਗਾਰੇ ਜਿਹੜੇ ਸੰਗਲੀਆਂ ਨਾਲ ਬੱਝੇ ਹੋਏ ਸਨ ਉਹ ਵੱਜਣ ਲੱਗੇ। ਡਹੇ ਜੋ ਖੇਤ ਜਟਾਲੇ ਹਾਠਾਂ ਜੋੜ ਕੇ। ਬੜੇ ਰੋਹ ਵਾਲੇ, ਬੜੇ ਜੋਸ਼ ਵਾਲੇ ਸੂਰਮੇ ਜਿਹੜੇ ਸਨ, ਕ੍ਰੋਧ ਭਰੇ ਸੂਰਮੇ ਜਿਹੜੇ ਸਨ, ਉਹ ਹਾਠਾਂ ਤੋਂ ਭਾਵ ਹੈ ਕਤਾਰਾਂ ਬੰਨ੍ਹ ਕੇ ਉਹ ਮੈਦਾਨੇ ਜੰਗ ਵਿੱਚ ਜੂਝਣ ਲਈ ਆ ਪਹੁੰਚੇ। ਨੇਜੇ ਬੰਬਲੀਆਲੇ ਦਿਸਣ ਓਰੜੇ, ਉਹਨਾਂ ਦੇ ਹੱਥਾਂ ਵਿੱਚ ਫੜੇ ਹੋਏ ਜਿਹੜੇ ਨੇਜੇ ਸਨ, ਜਿਨ੍ਹਾਂ ਨੂੰ ਬੜੇ ਫੁੱਲ ਆਦਿਕ ਫੁੰਮਣ ਵਗੈਰਾ ਬੰਨੇ ਹੋਏ ਸਨ, ਉਹ ਝੁਕੇ ਹੋਏ ਉਲਰੇ ਹੋਏ ਦਿਖਾਈ ਦਿੰਦੇ ਸਨ। ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ। ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਉਹ ਸਾਧੂ ਜਿਹੜੇ ਨੇ, ਜਟਾਂ ਵਾਲੇ ਸਾਧੂ, ਬੈਰਾਗੀ, ਸੰਨਿਆਸੀ ਆਦਿਕ ਜਿਹੜੇ ਨੇ, ਉਹ ਗੰਗਾ 'ਤੇ ਇਸ਼ਨਾਨ ਕਰਨ ਵਾਸਤੇ ਚੱਲੇ ਹੋਣ। ਇਸ ਤਰ੍ਹਾਂ ਦਾ ਚਾਅ ਸੀ ਉਹਨਾਂ ਦੇ ਅੰਦਰ। ਇਸ ਤਰ੍ਹਾਂ ਦੇ ਉਹਨਾਂ ਨੇ ਆਪਣੀਆਂ ਸ਼ਸਤਰਾਂ ਦਾ ਸ਼ਿੰਗਾਰ ਕੀਤਾ ਹੋਇਆ ਸੀ ਔਰ ਇੰਨੇ ਜੋਸ਼ ਨਾਲ, ਇੰਨੀ ਤੇਜ਼ੀ ਨਾਲ ਉਸ ਪਾਸੇ ਨੂੰ ਵੱਧ ਰਹੇ ਸਨ। ਦੁਰਗਾ ਅਤੇ ਦਾਨਵੀ ਸੂਲ ਹੋਈਆਂ ਕੰਗਾਂ। ਦੁਰਗਾ ਅਤੇ ਦਾਨਵਾਂ ਦਾ ਜਿਹੜਾ ਇਹ ਯੁੱਧ ਸੀ,
ਉਸ ਦੇ ਵਿੱਚ ਫੌਜਾਂ ਜਿਹੜੀਆਂ ਨੇ ਉਹਨਾਂ ਦੇ ਵਾਸਤੇ ਇੱਕ ਦੂਜੇ ਵਾਸਤੇ ਉਹ ਜਿਹੜੀਆਂ ਨੇ ਉਹ ਸੂਲ ਬਣ ਗਈਆਂ। ਵਾਛੜ 31 ਸੂਰਿਆਂ ਵਿੱਚ ਖੇਤ ਖਤੰਗਾਂ। ਸੂਰਮਿਆਂ ਨੇ ਮੈਦਾਨੇ ਜੰਗ ਵਿੱਚ ਖਤੰਗਾਂ ਭਾਵ ਤੀਰਾਂ ਦੀ ਝੜੀ ਲਾ ਦਿੱਤੀ, ਵਾਛੜ ਲਾ ਦਿੱਤੀ। ਤੂੰ ਕਿਰਪਾਨਾਂ ਤਿੱਖੀਆਂ ਬੜ ਲਾਹਣ ਅੰਗਾਂ। ਤਿੱਖੀਆਂ ਕਿਰਪਾਨਾਂ ਮੈਦਾਨਾਂ ਵਿੱਚੋਂ ਖਿੱਚ ਕੇ ਉਹ ਇੱਕ ਦੂਜੇ ਦੇ ਸਰੀਰਾਂ ਨੂੰ ਲਾ ਰਹੇ ਸਨ, ਮਾਰ ਰਹੇ ਸਨ, ਜ਼ਖਮੀ ਕਰ ਰਹੇ ਸਨ। ਪਹਿਲਾਂ ਦਲਾਂ ਮਿਲੰਦਿਆਂ ਭੇੜ ਪਿਆ ਨਿਹੰਗਾਂ। ਅਤੇ ਪਹਿਲਾਂ ਦਲਾਂ ਮਿਲਦਿਆਂ ਸਾਰ ਹੀ ਦਲਾਂ ਦੇ ਵਿੱਚ ਜਿਨ੍ਹਾਂ ਦਾ ਯੁੱਧ ਹੋਇਆ ਉਹ ਬੜੇ ਵੱਡੇ ਨਿਹੰਗਾਂ ਤੋਂ ਭਾਵ ਹੈ ਸੂਰਮੇ। ਨਿਹੰਗ ਦੇ ਵੈਸੇ ਤਾਂ ਬਹੁਤ ਸਾਰੇ ਅਰਥ ਹੁੰਦੇ ਨੇ। ਨਿਹੰਗ ਸ਼ਬਦ ਦਾ ਅਰਥ ਹੈ ਨਿਸੰਗ। ਨਿਸੰਗ ਹੋ ਕੇ ਜਿਹੜਾ ਮੌਤ ਨੂੰ ਵਰਨ ਵਾਸਤੇ, ਮੌਤ ਨੂੰ ਪ੍ਰਵਾਨ ਕਰਨ ਵਾਸਤੇ ਬਿਨਾਂ ਸ਼ੰਕੇ ਤਿਆਰ ਹੁੰਦਾ ਹੈ, ਅੱਗੇ ਵੱਧਦਾ ਜਾਂਦਾ ਹੈ, ਉਸ ਨੂੰ ਕਿਹਾ ਜਾਂਦਾ ਹੈ ਨਿਹੰਗ। ਨਿਹੰਗ ਦਾ ਅਰਥ ਹੈ ਮਗਰਮੱਛ, ਜਿਹੜਾ ਪਾਣੀ ਦੇ ਵਿੱਚ ਹੁੰਦਾ ਅਤੇ ਬੜਾ ਗੁਪਤ ਜਿਹਾ ਅਸ਼ੋਪਲੇ ਜਿਹੇ ਵਾਰ ਕਰਦਾ ਆਪਣੇ ਸ਼ਿਕਾਰ ਉੱਤੇ, ਉਹ ਮਗਰਮੱਛ ਜਿਹੜਾ ਹੈ ਉਸ ਦਾ ਅਰਥ ਵੀ ਨਿਹੰਗ ਹੁੰਦਾ ਹੈ। ਨਿਹੰਗ ਦਾ ਅਰਥ ਤਲਵਾਰ ਵੀ ਹੁੰਦਾ ਹੈ। ਨਿਹੰਗ ਦਾ ਅਰਥ ਕਲਮ ਵੀ ਹੁੰਦਾ ਹੈ। ਨਿਹੰਗ ਦਾ ਅਰਥ ਨਿਰਸੰਗ ਭਾਵ ਜਿਹੜਾ ਸੰਸਾਰ ਵਿੱਚ ਰਹਿੰਦਾ ਹੋਇਆ ਨਿਰਲੇਪ ਰਹਿੰਦਾ, ਉਸ ਨੂੰ ਵੀ ਆਤਮ ਗਿਆਨੀ ਨੂੰ ਵੀ ਨਿਹੰਗ ਆਖਿਆ ਜਾਂਦਾ ਹੈ। ਅਥਵਾ ਨਿਹੰਗ ਉਸ ਨੂੰ ਵੀ ਆਖਿਆ ਜਾਂਦਾ ਹੈ ਜਿਸ ਨੇ ਆਪਣੀ ਹੰਗਤਾ ਨੂੰ ਜਿੱਤ ਲਿਆ ਹੈ, ਆਪਣੇ ਹੰਕਾਰ ਨੂੰ ਜਿੱਤ ਕੇ ਉਹ ਪਰਮੇਸ਼ਰ ਵਿੱਚ ਸਮਾ ਚੁੱਕਿਆ, ਆਤਮਦਰਸ਼ੀ ਬਣ ਗਿਆ ਹੈ, ਬ੍ਰਹਮ ਗਿਆਨੀ ਬਣ ਗਿਆ, ਤੁਰੀਆ ਪਦ ਦਾ ਮਾਲਕ ਬਣ ਗਿਆ ਹੈ, ਉਸ ਨੂੰ ਵੀ ਨਿਹੰਗ ਆਖਿਆ ਜਾਂਦਾ ਹੈ। ਭਾਵ ਬਹੁਤ ਸਾਰੇ ਅਰਥ ਨੇ, ਪਰ ਇੱਥੇ ਭਾਵ ਆਏਗਾ ਉਹ ਸੂਰਮਾ ਜਿਹੜਾ ਸ਼ੰਕਾ ਤੋਂ ਰਹਿਤ ਹੋ ਕੇ ਮੌਤ ਨੂੰ ਵਰਨ ਵਾਸਤੇ ਤਿਆਰ ਹੈ, ਉਸ ਨੂੰ ਨਿਹੰਗ ਆਖਿਆ ਗਿਆ। ਕਹਿੰਦੇ ਨੇ ਉਹਨਾਂ ਸੂਰਮਿਆਂ ਦਾ ਜਿਹੜਾ ਯੁੱਧ ਸੀ ਉਹ ਸ਼ੁਰੂ ਹੋ ਗਿਆ। ਔਰੜ ਫੌਜਾਂ ਆਈਆਂ ਵੀਰ ਚੜੇ ਕੰਧਾਰੀ। ਜਿਹੜੇ ਬਾਕਾਇਦਾ ਫੌਜ ਜਿਹੜੀ ਬਣਾਈ ਗਈ ਸੀ, ਉਸ ਬਾਕਾਇਦਾ ਫੌਜ ਦੇ ਜਿਹੜੇ ਸੂਰਮੇ ਸਨ ਉਹ ਉੱਲਰ ਕੇ ਮੈਦਾਨ ਵਿੱਚ ਇੱਕ ਦੂਜੇ ਉੱਤੇ ਟੁੱਟ ਕੇ ਪੈ ਗਏ। ਸੜਕ ਮਿਆਨੋਂ ਕੱਢੀਆਂ ਤਿੱਖੀਆਂ ਤਰਵਾਰੀ। ਸੜਕ ਮਿਆਨੋਂ ਕੱਢੀਆਂ ਤਿੱਖੀਆਂ ਤਰਵਾਰੀ। ਸੜਕ ਨਹੀਂ, ਸੜਕ। ਜਿਸ ਤਰ੍ਹਾਂ ਜਦੋਂ ਉਹ ਤੇਜ਼ੀ ਨਾਲ ਤਲਵਾਰ ਨਿਕਲਦੀ ਹੈ, ਉਹਦੇ ਵਿੱਚੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ, ਉਸ ਆਵਾਜ਼ ਦਾ ਜ਼ਿਕਰ ਕੀਤਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਗੁਰੂ ਕਲਗੀਧਰ ਪਾਤਸ਼ਾਹ ਦੀ ਬਾਣੀ ਦੀ ਕਮਾਲ ਦੀ ਖੂਬਸੂਰਤੀ ਹੈ। ਬਹੁਤ ਥਾਵਾਂ 'ਤੇ ਅਸੀਂ ਵੇਖਦੇ ਹਾਂ ਜਿਸ ਤਰ੍ਹਾਂ ਸੰਗੀਤ ਭੁਜੰਗ ਪ੍ਰਿਆਤ ਛੰਦ ਆਉਂਦੇ ਨੇ, ਕਾਗੜਦੰ ਕਾਤੀ ਕਟਾਰੀ ਕਿਰਪਾਣੰ ਵਰਗੇ। ਉੱਥੇ ਬਹੁਤ ਸਾਰੇ ਛੰਦ ਜਿਹੜੇ ਨੇ, ਬਹੁਤ ਸਾਰੇ ਸ਼ਬਦ ਜਿਹੜੇ ਨੇ, ਉਹਨਾਂ ਦੇ ਵਿੱਚ ਗੁਰੂ ਸਾਹਿਬ ਨੇ ਸ਼ਸਤਰਾਂ ਦੇ ਨਾਲ ਜਿਹੜੀ ਟਕਰਾਅ ਹੋਣ 'ਤੇ ਆਵਾਜ਼ ਪੈਦਾ ਹੁੰਦੀ ਹੈ, ਉਸ ਆਵਾਜ਼ ਦਾ ਜ਼ਿਕਰ ਕੀਤਾ। ਜਿੱਥੇ ਸੰਗੀਤ ਲੱਗਿਆ ਜਿਹੜੇ ਛੰਦਾਂ ਦੇ ਨਾਲ, ਉੱਥੇ ਤਬਲੇ ਦਾ ਜਿਹੜੀ ਧੁਨ ਹੈ, ਤਬਲੇ ਦੀ ਜਿਹੜੀ ਆਵਾਜ਼ ਹੈ, ਉਸ ਦਾ ਜ਼ਿਕਰ ਕੀਤਾ। ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਇੱਕ ਬੜੀ ਵੱਡੀ ਮਹਾਨਤਾ ਹੈ ਕਿ ਉਹਨਾਂ ਨੇ ਉਸ ਸਮੇਂ ਦੀਆਂ ਆਵਾਜ਼ਾਂ ਨੂੰ ਪ੍ਰਗਟ ਕੀਤਾ। ਇੱਥੇ ਪਾਠ ਹੈ ਸੜਕ ਮਿਆਨੋਂ ਕੱਢੀਆਂ। ਜਦੋਂ ਤਲਵਾਰ ਮਿਆਨ ਦੇ ਵਿੱਚੋਂ ਨਿਕਲਦੀ ਹੈ, ਸੜਕ ਕਰਕੇ ਨਿਕਲਦੀ ਹੈ ਤੇਜ਼ੀ ਨਾਲ। ਸੜਕ ਮਿਆਨੋਂ ਕੱਢੀਆਂ ਤਿੱਖੀਆਂ ਤਰਵਾਰੀ। ਤਿੱਖੀਆਂ ਤਲਵਾਰਾਂ ਜਿਹੜੀਆਂ ਸੀ ਉਹਨਾਂ ਨੇ ਖਿੱਚ ਲਈਆਂ ਮਿਆਨਾਂ ਵਿੱਚੋਂ। ਕੜਕੀ ਉੱਠੇ ਰਣ ਮੱਚਿਆ ਵੱਡੇ ਹੰਕਾਰੀ। ਵੱਡੇ ਵੱਡੇ ਸੂਰਮੇ ਜਿਹੜੇ ਸਨ ਉਹ ਕੜਕ ਕੇ ਜੋਸ਼ ਨਾਲ ਇੱਕ ਦੂਜੇ ਦੇ ਉੱਤੇ ਟੁੱਟ ਕੇ ਪੈ ਗਏ ਅਤੇ ਰਣ ਜਿਹੜਾ ਸੀ, ਮੈਦਾਨਾ ਜੰਗ ਜਿਹੜਾ ਸੀ, ਉਹ ਮੱਚ ਉੱਠਿਆ। ਭਾਵ ਜੰਗ ਜਿਹੜਾ ਸੀ ਉਹ ਸ਼ੁਰੂ ਹੋਇਆ। ਸਿਰ ਤੜ ਬਾਹਾਂ ਗੰਨਲੇ ਫੁੱਲ ਜਿਹੇ ਬਾਰੀ। ਸਿਰ ਅਤੇ ਧੜ ਉਹਨਾਂ ਦੇ ਉੱਤੇ ਜਦੋਂ ਸ਼ਸਤਰਾਂ ਦੇ ਵਾਰ ਹੋ ਰਹੇ ਸਨ ਤਾਂ ਇਸ ਤਰ੍ਹਾਂ ਹੋਇਆ ਪਿਆ ਸੀ ਕਿ ਉਹਨਾਂ ਦੇ ਟੋਟੇ ਟੋਟੇ ਹੋ ਰਹੇ ਸਨ। ਗੰਨਲੇ ਤੋਂ ਭਾਵ ਹੁੰਦਾ ਹੈ ਟੋਟੇ। ਟੋਟੇ ਹੋ ਰਹੇ ਸਨ, ਸਿਰ ਵੱਖਰੇ ਹੋ ਰਹੇ ਸਨ, ਧੜ ਵੱਖਰੇ ਹੋ ਰਹੇ ਸਨ। ਕੋਈ ਕਿਤੋਂ ਕੱਟਿਆ ਪਿਆ ਸੀ, ਕੋਈ ਕਿਤੋਂ ਕੱਟਿਆ ਪਿਆ ਸੀ।
ਉਹਨਾਂ ਦੇ ਸਰੀਰ ਵਿੱਚੋਂ ਨਿਕਲਣ ਵਾਲਾ ਜਿਹੜਾ ਖੂਨ ਹੈ, ਉਸ ਖੂਨ ਦੇ ਲੱਗੇ ਹੋਏ ਧੱਬੇ ਜਿਹੜੇ ਨੇ ਉਹ ਇਸ ਤਰ੍ਹਾਂ ਜਾਪ ਰਹੇ ਸਨ ਕਿ ਜਿਵੇਂ ਵਾੜੀ ਵਿੱਚ ਫੁੱਲ ਖਿੜੇ ਹੋਏ ਹੋਣ। ਜਾਪੇ ਕੱਟੇ ਬਾਢੀਆਂ ਰੁਖ ਚੰਦਨ ਆਰੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹਿੰਦੇ ਨੇ ਉਹ ਸੂਰਮਿਆਂ ਦੇ ਸਰੀਰ ਜਿਹੜੇ ਆਪਸ ਵਿੱਚੋਂ ਕੱਟੇ ਪਏ ਸਨ, ਟੋਟੇ ਹੋਏ ਪਏ ਸਨ, ਮੋਛੇ ਹੋਏ ਪਏ ਸਨ, ਉਹਨਾਂ ਦੇ ਵਿੱਚੋਂ ਖੂਨ ਵਗਿਆ ਸੀ। ਤੇ ਤਸ਼ਬੀਹ ਦਿੱਤੀ ਹੈ ਸਾਹਿਬ ਨੇ, ਕਹਿੰਦੇ ਨੇ ਕਿ ਜਿਸ ਤਰ੍ਹਾਂ ਲਾਲ ਚੰਦਨ ਨੂੰ ਜਦੋਂ ਕੱਟਿਆ ਜਾਂਦਾ ਹੈ ਤੇ ਉਹਦੇ ਵਿੱਚੋਂ ਲਾਲ ਜਿਹੇ ਰੰਗ ਦਾ ਪਾਣੀ ਜਿਹੜਾ ਹੈ ਉਹ ਕੱਟਣ ਨਾਲ ਸਿਮਦਾ, ਇਸੇ ਤਰ੍ਹਾਂ ਉਹ ਖੂਨ ਜਿਹੜਾ ਵਗਿਆ ਹੋਇਆ ਜਾਪਦਾ ਸੀ, ਜਿਸ ਤਰ੍ਹਾਂ ਤਰਖਾਣਾਂ ਨੇ, ਲੱਕੜੀ ਦਾ ਕੰਮ ਕਰਨ ਵਾਲੇ ਬੰਦਿਆਂ ਨੇ ਲਾਲ ਚੰਦਨ ਨੂੰ ਕੱਟਿਆ ਹੋਇਆ ਹੋਵੇ। ਦੁਹਾਂ ਕੰਧਾਰਾਂ ਮੋਹ ਜੁੜੇ ਜਾਂ ਸੱਟ ਪਈ ਖਰਵਾਰ ਕੋ। ਕਹਿੰਦੇ ਨੇ ਜਦੋਂ ਖਰਵਾਰ ਭਾਵ ਨਗਾਰੇ ਦੇ ਉੱਤੇ ਚੋਟਾਂ ਪਈਆਂ ਤੇ ਦੋਹਾਂ ਕੰਧਾਰਾਂ ਭਾਵ ਜਿਹੜੀਆਂ ਬਾਕਾਇਦਾ ਫੌਜਾਂ ਸਨ, ਜਿਹੜੀਆਂ ਫੌਜਾਂ ਬੜੀਆਂ ਅਨੁਸ਼ਾਸਨ ਵਾਲੀਆਂ ਸਨ ਦੋਹੇ ਪਾਸੇ, ਕਿਉਂਕਿ ਜਿਹੜੀਆਂ ਦੇਵਤਿਆਂ ਦੀਆਂ ਫੌਜਾਂ ਨੇ ਉਹ ਵੀ ਆਪਣੇ ਅਨੁਸ਼ਾਸਨ ਵਿੱਚ ਨੇ, ਆਪਣੇ ਸੈਨਾਪਤੀ ਦੇ ਹੁਕਮ ਵਿੱਚ ਨੇ, ਔਰ ਦੂਸਰੇ ਪਾਸੇ ਰਾਖਸ਼ਾਂ ਦੀਆਂ ਫੌਜਾਂ ਜਿਹੜੀਆਂ ਨੇ ਉਹ ਵੀ ਆਪਣੇ ਸੈਨਾਪਤੀ ਦੇ ਹੁਕਮ ਵਿੱਚ ਹਨ, ਬਾਕਾਇਦਾ ਹਨ, ਬਾਕਾਇਦਗੀ ਨਾਲ ਲੜ ਰਹੀਆਂ ਨੇ। ਇਸ ਵਾਸਤੇ ਸਾਹਿਬ ਕਹਿੰਦੇ ਨੇ ਕਿ ਉਹਨਾਂ ਦੋਹਾਂ ਕੰਧਾਰਾਂ ਦੇ ਬਾਕਾਇਦਗੀ ਵਾਲੀਆਂ ਫੌਜਾਂ ਦੇ ਆਪਸ ਵਿੱਚ ਆਮੋ ਸਾਹਮਣੇ ਹੋ ਗਏ। ਤਣ ਤਣ ਕੈਬਰ ਦੁਰਗਸ਼ਾ ਤੱਕ ਮਾਰੇ ਭਲੇ ਜੁਝਾਰ ਕੋ। ਜਿਹੜੇ ਵੱਡੇ ਜੂਝਣ ਵਾਲੇ ਯੋਧੇ ਸਨ ਉਹਨਾਂ ਦੇ ਉੱਤੇ ਦੇਵੀ ਦੁਰਗਾ ਨੇ ਉਹਨਾਂ ਨੂੰ ਤੱਕ ਤੱਕ ਕੇ, ਵੇਖ ਵੇਖ ਕੇ, ਚੁਣ ਚੁਣ ਕੇ, ਲੱਭ ਲੱਭ ਕੇ ਉਹਨਾਂ ਦੇ ਉੱਤੇ ਤਣ ਤਣ ਕੇ, ਖਿੱਚ ਖਿੱਚ ਕੇ ਤੀਰ ਜਿਹੜੇ ਸੀ ਉਹਨਾਂ ਦੇ ਵਾਰ ਕੀਤੇ। ਪੈਦਲ ਮਾਰੇ ਹਾਥੀਆਂ ਸੰਗ ਰਥ ਗਿਰੇ ਅਸਵਾਰ ਕੋ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਨੇ ਯੁੱਧ ਦਾ ਜਿਹੜਾ ਵਰਣਨ ਹੈ ਉਹ ਬੜਾ ਕਮਾਲ ਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਪੈਦਲ ਬੰਦੇ ਨੇ ਉਹਨਾਂ ਨੂੰ ਵੀ ਮਾਰਿਆ ਜਾ ਰਿਹਾ ਹੈ, ਜਿਹੜੇ ਹਾਥੀਆਂ 'ਤੇ ਚੜ੍ਹੇ ਹੋਏ ਨੇ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ, ਤੇ ਹਾਥੀ ਘੋੜੇ ਆਦਿਕ ਜਿਹੜੇ ਹਨ ਉਹ ਸਮੇਤ ਅਸਵਾਰਾਂ ਦੇ ਧਰਤੀ ਉੱਤੇ ਡਿੱਗ ਰਹੇ ਨੇ, ਔਰ ਰੱਥਾਂ ਦੇ ਉੱਤੇ ਚੜ੍ਹੇ ਹੋਏ ਜਿਹੜੇ ਮੁੱਖ ਜੁਝਾਰੂ ਮਨੁੱਖ ਨੇ, ਜਿਹੜੇ ਵੱਡੇ ਵੱਡੇ ਸੂਰਮੇ ਨੇ, ਉਹ ਵੀ ਧਰਤੀ ਉੱਤੇ ਡਿੱਗ ਰਹੇ ਹਨ। ਇਹਨਾਂ ਸਾਰਿਆਂ ਨੂੰ ਦੇਵੀ ਦੁਰਗਾ ਵੱਲੋਂ ਮਾਰਿਆ ਜਾ ਰਿਹਾ ਹੈ। ਸੋਹਣ ਸੰਜਾ ਬਾਗੜਾਂ ਜਣ ਲੱਗੇ ਫੁੱਲ ਅਨਾਰ ਕੋ। ਬਾਗੜਾਂ ਤੋਂ ਭਾਵ ਹੁੰਦਾ ਤੀਰ ਦੇ ਦੋਹੀਂ ਪਾਸੇ ਲੱਗੀਆਂ ਹੋਈਆਂ। ਜਦੋਂ ਤੀਰ ਤਾਂ ਜਿਹੜਾ ਹੈ ਉਹ ਸਿੱਧਾ ਹੁੰਦਾ ਤੇ ਉਹਦੇ ਦੋਵੇਂ ਪਾਸੇ ਜਿਹੜਾ ਉਹ ਵਧਾ ਜਿਹਾ ਵਧਿਆ ਹੁੰਦਾ, ਉਸ ਨੂੰ ਬਾਗੜਾਂ ਵਾਲੇ ਤੀਰ ਜਾਂ ਮੁੱਛਾਂ ਵਾਲੇ ਤੀਰ ਵੀ ਆਖਿਆ ਜਾਂਦਾ। ਉਹ ਕਹਿੰਦੇ ਨੇ ਉਹ ਕਿਉਂਕਿ ਤੀਰ ਜਿਹੜਾ ਉਹ ਸਰੀਰ ਦੇ ਅੰਦਰ ਚਲਾ ਗਿਆ, ਉਹਨਾਂ ਦੀਆਂ ਬਾਗੜਾਂ ਜਿਹੜੀਆਂ ਨੇ ਉਹ ਬਾਹਰ ਰਹੀਆਂ ਨੇ, ਤੇ ਉਹਨਾਂ ਦੇ ਨਾਲ ਖੂਨ ਜਿਹੜਾ ਹੈ ਉਹਦੇ ਨਾਲ ਉਹ ਭਰ ਗਈਆਂ ਨੇ। ਤੇ ਇਸ ਤਰ੍ਹਾਂ ਉਹ ਸੰਜੋਵਾਂ ਦੇ ਵਿੱਚ ਲੱਗੀਆਂ ਹੋਈਆਂ ਜਿਹੜੀਆਂ ਉਹ ਬਾਗੜਾਂ ਹਨ ਤੀਰਾਂ ਦੀਆਂ, ਉਹ ਜਿਹੜੀਆਂ ਸਾਈਡਾਂ ਨੇ, ਤਰਫਾਂ ਨੇ, ਉਹ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਜਿਸ ਤਰ੍ਹਾਂ ਅਨਾਰ ਨੂੰ ਫੁੱਲ ਲੱਗੇ ਹੋਏ ਹੋਣ। ਗੁੱਸੇ ਆਈ ਕਾਲਿਕਾ ਹੱਥ ਸੱਜੇ ਲੈ ਤਲਵਾਰ ਕੋ। ਉਧਰੋਂ ਕਾਲਕਾ ਦੇਵੀ ਗੁੱਸੇ ਵਿੱਚ ਆ ਕੇ ਹੱਥ ਵਿੱਚ ਤਲਵਾਰ ਫੜ ਕੇ ਸਾਹਮਣੇ ਆਈ। ਏਦੂ ਪਾਰੋ ਓਤ ਪਾਰ ਹਣ ਰਾਕਸ ਕਈ ਹਜ਼ਾਰ ਕੋ। ਇਸ ਪਾਸੇ ਤੋਂ ਲੈ ਕੇ ਅਗਲੇ ਪਾਸੇ ਤੱਕ ਭਾਵ ਦੋਹਾਂ ਪਾਸੇ ਏਦੂ ਪਾਰੋ ਓਤ ਪਾਰ ਹਣ ਰਾਕਸ ਕਈ ਹਜ਼ਾਰ ਕੋ, ਕਈ ਹਜ਼ਾਰਾਂ ਰਾਖਸ਼ਾਂ ਨੂੰ ਮਾਰ ਕੇ ਦੇਵੀ ਕਾਲਕਾ ਜਿਹੜੀ ਸੀ ਉਹ ਅੱਗੇ ਲੰਘ ਗਈ। ਇਸ ਦਾ ਪਾਠ ਜਿਹੜਾ ਬੜਾ ਲੰਬਾ ਸਮਾਂ ਨਾਮਧਾਰੀ ਪੰਥ ਵਿੱਚ ਵੀ ਇਹ ਹੀ ਪਾਠ ਚੱਲਦਾ ਰਿਹਾ, ਹਰਨਾਕਸ ਕਈ ਹਜ਼ਾਰ ਕੋ। ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਵੀ ਪਾਠ ਹਰਨਾਕਸ ਰੱਖਿਆ ਹੈ, ਔਰ ਹੋਰ ਵੀ ਕਈ ਥਾਵਾਂ 'ਤੇ ਜਿਹੜੀਆਂ ਪ੍ਰਚਲਿਤ ਬੀੜਾਂ ਨੇ ਉੱਥੇ ਵੀ ਹਰਨਾਕਸ ਪਾਠ ਆਉਂਦਾ। ਭਾਵ ਇਹ ਹੈ, ਉਹ ਇਹਦਾ ਅਰਥ ਇਹ ਕਰਦੇ ਨੇ ਕਿ ਹਰਨਾਕਸ਼ ਵਰਗੇ ਹਜ਼ਾਰਾਂ ਸੂਰਮੇ ਜਿਹੜੇ ਸਨ ਉਹਨਾਂ ਨੂੰ ਮਾਰ ਦਿੱਤਾ। ਪਰ ਹਣ ਰਾਕਸ, ਹਣ ਤੋਂ ਭਾਵ ਹੈ ਨਾਸ ਕਰਨਾ, ਰਾਕਸ਼ ਤੋਂ ਭਾਵ ਹੈ ਦੈਂਤਾਂ ਨੂੰ ਮਾਰ ਦਿੱਤਾ। ਇੱਧਰੋਂ ਉੱਧਰ ਲੰਘ ਗਈ, ਉਹਨਾਂ ਨੂੰ ਮਾਰਦੀ ਹੋਈ, ਸੰਘਾਰਦੀ ਹੋਈ, ਉਹਨਾਂ ਦਾ ਕਤਲੇਆਮ ਕਰਦੀ ਹੋਈ ਕਾਲਕਾ।
ਜਿਣ ਇੱਕਾ ਰਹੀ ਕੰਧਾਰ ਕੋ। ਕਹਿੰਦੇ ਸਾਰੀ ਫੌਜ ਦੇ ਵਿੱਚ ਇਕੱਲੀ ਹੀ ਉਹ ਜਿੱਤਦੀ ਜਾ ਰਹੀ ਸੀ ਮੈਦਾਨ ਨੂੰ। ਸਦ ਰਹਿਮਤ ਤੇਰੇ ਵਾਰ ਕੋ। ਕਹਿਣ ਲੱਗੇ, ਹੇ ਦੇਵੀ ਕਾਲਕਾ, ਸਦ ਰਹਿਮਤ, ਸਦਾ ਹੀ ਬਖਸ਼ਿਸ਼ ਹੈ ਪਰਮੇਸ਼ਰ ਦੀ, ਰੱਬ ਦੀ ਬਖਸ਼ਿਸ਼ ਹੈ ਤੇਰੇ ਵਾਰ ਉੱਤੇ, ਤੇਰੇ ਕੀਤੇ ਹੋਏ ਵਾਰਾਂ ਉੱਤੇ ਪਰਮੇਸ਼ਰ ਦੀ, ਰੱਬ ਜੀ ਦੀ ਮਿਹਰ ਹੈ। ਦੁਹਾਂ ਕੰਧਾਰਾਂ ਮੋਹ ਜੁੜੇ, ਸੱਟ ਪਈ ਜਮਧਾਨ ਕੋ। ਕਹਿੰਦੇ ਨੇ ਦੋਹਰੇ ਨਗਾਰਿਆਂ ਦੇ ਉੱਤੇ ਚੋਟਾਂ ਲੱਗੀਆਂ ਅਤੇ ਦੋਹਾਂ ਧਿਰਾਂ ਦਾ ਆਪਸੀ ਯੁੱਧ ਜਿਹੜਾ ਸੀ ਉਹ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਤਦ ਖਿੰਗ ਨਿਸੁੰਭ ਨਚਾਇਆ, ਡਾਲੀ ਉੱਪਰ ਬਰਗਸ ਤਾਣ ਕੋ। ਤੇ ਫਿਰ ਕੀ ਹੋਇਆ? ਤਦ ਖਿੰਗ ਨਿਸੁੰਭ ਨਚਾਇਆ। ਨਿਸੁੰਭ ਭਾਵ ਸੁੰਭ ਰਾਜੇ ਦਾ ਛੋਟਾ ਭਰਾ। ਇੰਜ ਕਹਿ ਲਈਏ ਕਿ ਵੱਡੇ ਸੈਨਾਪਤੀ ਜਿਹੜੇ ਨੇ ਉਹ ਮਾਰੇ ਜਾ ਚੁੱਕੇ ਨੇ, ਤੇ ਹੁਣ ਉਸ ਦਾ ਭਰਾ ਜਿਹੜਾ ਹੈ ਰਾਜੇ ਸੁੰਭ ਦਾ, ਨਿਸੁੰਭ, ਉਸ ਨੇ ਤਿਆਰੀ ਕੀਤੀ ਹੈ ਮੈਦਾਨੇ ਜੰਗ ਵਿੱਚ ਜਾਣ ਵਾਸਤੇ। ਤਦ ਉਸ ਨੇ ਕੀ ਕੀਤਾ? ਖਿੰਗ, ਖਿੰਗ ਤੋਂ ਭਾਵ ਹੁੰਦਾ ਹੈ ਨੁਕਰਾ ਘੋੜਾ। ਖਿੰਗ ਤੋਂ ਭਾਵ ਹੈ ਨੁਕਰਾ ਘੋੜਾ। ਨੁਕਰਾ ਘੋੜਾ ਕਿਉਂ ਆਖਿਆ ਜਾਂਦਾ ਹੈ? ਉਹ ਕਿਹਾ ਜਾਂਦਾ ਹੈ ਕਿ ਨੁਕਰਾ ਸ਼ਬਦ ਜਿਹੜਾ ਹੈ ਇਹਦਾ ਸ਼ਾਬਦਿਕ ਅਰਥ ਹੁੰਦਾ ਹੈ ਚਾਂਦੀ। ਜਿਹੜਾ ਚਾਂਦੀ ਵਾਂਗੂ ਚਮਕਦਾ ਹੋਵੇ ਉਸ ਨੂੰ ਨੁਕਰਾ ਵੀ ਆਖਿਆ ਜਾਂਦਾ। ਇਹ ਵੀ ਅਰਥ ਇਸ ਦਾ ਕਰਦੇ ਨੇ। ਖਿੰਗ ਨਿਸੁੰਭ ਨਚਾਇਆ, ਨਿਸੁੰਭ ਨੇ ਜਿਹੜਾ ਸੀ ਉਹ ਨੁਕਰਾ ਘੋੜਾ ਨਚਾਇਆ। ਡਾਲ ਉੱਪਰ ਬਰਗ ਸੁਤਾਨ ਕੋ, ਤੇ ਉਸ ਦੇ ਉੱਤੇ ਕੀ ਕੀਤਾ? ਬਰਗ ਸੁਤਾਨ ਭਾਵ ਲੋਹੇ ਦੀ ਜਿਹੜੀ ਸੰਜੋ ਸੀ, ਜਿਹੜਾ ਪਲਾਣ ਸੀ ਉਹ ਪਾ ਦਿੱਤਾ। ਉਸ ਦੇ ਉੱਤੇ ਘੋੜੇ ਜਿਹੜੀ ਕਾਠੀ ਸੀ ਉਹ ਲੋਹੇ ਦੀ ਪਾ ਲਈ। ਇੰਜ ਕਹਿ ਲਓ ਕਿ ਘੋੜੇ ਨੂੰ ਬਚਾਉਣ ਵਾਸਤੇ ਇੱਕ ਸੰਜੋ ਜਿਹੜੀ ਪਾਈ ਜਾਂਦੀ ਹੈ ਉਸ ਨੂੰ ਬਰਗੁਸਤਾਨ ਆਖਿਆ ਗਿਆ। ਪਿੱਛੇ ਵੀ ਇਹ ਪਾਠ ਆਇਆ, ਉੱਥੇ ਬਰਗੁਸਤਾਨੀ ਪਾਠ ਆਇਆ, ਇੱਥੇ ਬਰਗੁਸਤਾਨ ਪਾਠ ਆਇਆ, ਪਰ ਅਰਥ ਦੋਵਾਂ ਦਾ ਬਹੁਤ ਵੱਡਾ ਫਰਕ ਹੈ, ਕਿਉਂਕਿ ਉਸ ਸ਼ਬਦ ਦੋਵੇਂ ਫਾਰਸੀ ਦੇ ਨੇ। ਪਹਿਲੇ ਸ਼ਬਦ ਦਾ ਜਿਹੜਾ ਮੂਲ ਹੈ ਉਹ ਹੈ ਬਰਗਸਤਨ, ਭਾਵ ਬੇਮੁਖ ਹੋ ਕੇ ਦੌੜ ਜਾਣਾ, ਭੱਜ ਜਾਣਾ, ਉਸ ਦਾ ਮੂਲ ਹੈ ਬਰਗਸਤਨ। ਇਸ ਦਾ ਮੂਲ ਜਿਹੜਾ ਹੈ ਇਸ ਸ਼ਬਦ ਦਾ, ਇਹਦਾ ਮੂਲ ਹੈ ਬਰਗੁਸਤਵਾਨ, ਭਾਵ ਘੋੜੇ ਦੇ ਉੱਤੇ ਪਾਉਣ ਵਾਲੀ ਲੋਹੇ ਦੀ ਝੁੱਲ, ਲੋਹੇ ਦਾ ਪਲਾਣਾ, ਉਹ ਪਾ ਕੇ ਡਾਲ ਉੱਪਰ ਬਰਗਸਤਾਨ ਕੋ, ਨੁਕਰੇ ਘੋੜੇ ਦੇ ਉੱਤੇ ਉਹ ਜਿਹੜੀ ਸੰਜੋ ਸੀ ਉਹ ਪਾ ਕੇ ਨਿਸੁੰਭ ਜਿਹੜਾ ਸੀ ਉਸ ਨੇ ਆਪਣੇ ਘੋੜੇ ਨੂੰ ਨਚਾਇਆ। ਫੜੀ ਬਿਲੰਦ ਮਗਾਇਸ, ਫਰਮਾਇਸ ਕਰ ਮੁਲਤਾਨ ਕੋ। ਫੜੀ ਦੇ ਭਾਵ ਇਹ ਲੈਂਦੇ ਨੇ ਕਿ ਫੜੀ ਤੋਂ ਭਾਵ ਹੈ ਉਹ ਕਮਾਨ ਜਿਹੜੀ ਸਿੰਘ ਤੋਂ ਬਣੀ ਹੋਈ ਸੀ ਅਤੇ ਤੂਤ ਦੀਆਂ ਛਟੀਆਂ ਦੇ ਨਾਲ, ਤੂਤ ਦੀਆਂ ਪੱਚਰਾਂ ਦੇ ਨਾਲ ਉਸ ਨੂੰ ਜੋੜ ਕੇ ਫਿਰ ਬਣਾਇਆ ਜਾਂਦਾ ਸੀ। ਇਸ ਤਰ੍ਹਾਂ ਵੀ ਇਹਦਾ ਭਾਵ ਲੈਂਦੇ ਨੇ। ਫੜੀ ਦਾ ਭਾਵ ਹੱਥ ਵਿੱਚ ਫੜੀ ਵੀ ਲੈਂਦੇ ਹਨ। ਫੜੀ ਦਾ ਭਾਵ ਇਹ ਵੀ ਲੈਂਦੇ ਨੇ ਕਿ ਜਿਸ ਦੀ ਫੱਟੀ ਬਹੁਤ ਚੌੜੀ ਹੋਵੇ, ਉਹ ਕਮਾਨ ਜਿਹੜੀ ਸੀ। ਫੜੀ ਬਿਲੰਦ, ਬਿਲੰਦ ਤੋਂ ਭਾਵ ਹੈ ਵੱਡੀ, ਵਿਸ਼ਾਲ। ਫੜੀ ਬਿਲੰਦ ਮਗਾਇਓਸ, ਫਰਮਾਇਸ਼ ਕਰ ਮੁਲਤਾਨ ਕੋ, ਉਸ ਨੇ ਉਹ ਹੱਥ ਵਿੱਚ ਗ੍ਰਹਿਣ ਕਰ ਲਈ, ਫੜ ਲਈ, ਜਿਹੜੀ ਉਸ ਨੇ ਬੜੀ ਫਰਮਾਇਸ਼ ਕਰਕੇ ਮੁਲਤਾਨ ਸ਼ਹਿਰ ਤੋਂ ਮੰਗਵਾਈ ਸੀ। ਇਸ ਤੋਂ ਭਾਵ ਇਹ ਸਮਝ ਆਉਂਦਾ ਹੈ ਕਿ ਮੁਲਤਾਨ ਸ਼ਹਿਰ ਜਿਹੜਾ ਹੈ ਇਹ ਬਹੁਤ ਪੁਰਾਣਾ ਹੈ, ਕਿਉਂਕਿ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਇਤਿਹਾਸ ਵਿੱਚ ਇੱਕ ਬੜੀ ਮਸ਼ਹੂਰ ਕਥਾ ਹੈ ਪ੍ਰਹਿਲਾਦ ਦੀ। ਹੋਲੇ ਦੇ ਦਿਨਾਂ ਵਿੱਚ ਅਸੀਂ ਆਮ ਉਸ ਦਾ ਜ਼ਿਕਰ ਕਰਦੇ ਹਾਂ, ਤੇ ਉਹ ਜਿਹੜਾ ਉਸ ਸਾਖੀ ਦੇ ਨਾਲ ਮੁਲਤਾਨ ਦਾ ਸੰਬੰਧ ਮੰਨਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਅਸਲ ਵਿੱਚ ਮੁਲਤਾਨ ਸ਼ਹਿਰ ਦਾ ਨਾਂ ਹੀ ਜਿਹੜਾ ਹੈ ਉਹ ਉਸ ਵੇਲੇ ਤੋਂ ਬਣਿਆ, ਭਾਵ ਹੈ ਮੂਲ ਤਰਾਣ। ਭਗਵਾਨ ਨੇ, ਪਰਮੇਸ਼ਰ ਨੇ ਆਪਣੇ ਤਰਾਣ ਦੀ ਰਾਖੀ ਕੀਤੀ, ਆਪਣੇ ਬਲ ਦੀ ਰਾਖੀ ਕੀਤੀ, ਆਪਣੇ ਭਗਤਾਂ ਦੀ ਪੈਜ ਰੱਖੀ, ਇਸ ਵਾਸਤੇ ਮੂਲ ਤਰਾਣ ਸ਼ਬਦ ਬਣਿਆ, ਤੇ ਮੂਲ ਤਰਾਣ ਤੋਂ ਵਿਗੜਿਆ ਹੋਇਆ ਨਾਮ ਹੈ ਮੁਲਤਾਨ। ਭਾਵ ਮੁਲਤਾਨ ਵਿੱਚ ਸ਼ਸਤਰ ਜਿਹੜੇ ਸਨ ਬਣਦੇ ਸਨ। ਇਹ ਤ੍ਰੇਤੇ ਯੁੱਗ ਦੀ ਘਟਨਾ ਦਾ ਬਿਆਨ ਕਰਦੇ ਨੇ ਸਾਹਿਬ। ਇਸ ਵਾਸਤੇ ਕਹਿੰਦੇ ਨੇ ਕਿ ਬੜੀ ਫਰਮਾਇਸ਼ ਨਾਲ ਜਿਹੜੀ ਉਸ ਰਾਜੇ ਸੁੰਭ ਦੇ ਭਰਾ ਨਿਸੁੰਭ ਨੇ ਕਮਾਨ ਮੁਲਤਾਨ ਤੋਂ ਮੰਗਵਾਈ ਸੀ, ਉਹ ਹੱਥ ਵਿੱਚ ਫੜ ਲਈ।
ਗੁੱਸੇ ਆਈ ਸਾਹਮਣੇ ਰਣ ਅੰਦਰ ਕੱਤਣ ਘਾਣ ਕੋ। ਹੁਣ ਦੂਜੇ ਪਾਸੇ ਦੇਵੀ ਦੁਰਗਾ ਜਿਹੜੀ ਹੈ ਉਹ ਰਣ ਦੇ ਵਿੱਚ ਕਹਾਣੀ ਪਾਉਣ ਵਾਸਤੇ, ਭਾਵ ਘਾਣ ਮਚਾਉਣ ਵਾਸਤੇ ਗੁੱਸੇ ਦੇ ਨਾਲ ਸਾਹਮਣੇ ਆ ਗਈ ਨਿਸੁੰਭ ਦੇ। ਅੱਗੇ ਤੇਗ ਵਗਾਈ ਦੁਰਗਸ਼ਾ ਬੜ ਬਹੀ ਨਿਸੁੰਭ ਪਲਾਣ ਕੋ। ਅੱਗੇ ਜਾਂਦਿਆਂ ਸਾਰ ਹੀ ਜਦੋਂ ਉਹ ਨਿਸੁੰਭ ਨਾਂ ਦਾ ਸੂਰਮਾ ਜਿਹੜਾ ਹੈ ਉਹ ਅੱਗੇ ਹੋਇਆ ਤੇ ਕੀ ਹੋਇਆ, ਕਹਿੰਦੇ ਨੇ ਅੱਗੋਂ ਹੀ ਤਲਵਾਰ ਜਿਹੜੀ ਸੀ ਦੇਵੀ ਦੁਰਗਾ ਨੇ ਮਾਰ ਦਿੱਤੀ। ਅੱਗੇ ਤੇਗ ਵਗਾਈ ਦੁਰਗਸ਼ਾ, ਉਸ ਨੇ ਤੇਗ ਮਾਰ ਦਿੱਤੀ, ਤਲਵਾਰ ਮਾਰ ਦਿੱਤੀ, ਖੜਗ ਦਾ ਵਾਰ ਕੀਤਾ ਤੇ ਭਰਵਾਂ ਵਾਰ ਐਸਾ ਸੀ ਕਿ ਵੱਢ ਬਹੀ ਨਿਸੁੰਭ ਪਲਾਣ ਕੋ। ਉਹ ਨਿਸੁੰਭ ਰਾਜੇ ਨੂੰ ਵੱਢਦੀ ਹੋਈ ਉਸ ਦੇ ਘੋੜੇ ਦੀ ਸੰਜੋ ਨੂੰ ਵੱਢ ਗਈ। ਰੜਕੀ ਜਾਏ ਕ ਧਰਤ ਕੋ ਬੜ ਪਾਖਰ ਬੜ ਕੇ ਕਾਣ ਕੋ। ਕਹਿੰਦੇ ਨੇ ਘੋੜੇ ਦੀ ਕਾਠੀ ਨੂੰ ਵੱਢਦੀ ਹੋਈ ਤੇ ਘੋੜੇ ਨੂੰ ਵੱਢਦੀ ਹੋਈ ਉਹ ਤਲਵਾਰ ਜਿਹੜੀ ਸੀ ਉਹ ਧਰਤੀ ਦੇ ਨਾਲ ਜਾ ਕੇ ਰੜਕ ਪਈ, ਭਾਵ ਇੰਨਾ ਭਰਵਾਂ ਵਾਰ ਕੀਤਾ ਕਿ ਨਿਸੁੰਭ ਨੂੰ ਵੱਢ ਕੇ, ਘੋੜੇ ਦੀ ਸੰਜੋ ਨੂੰ ਵੱਢ ਕੇ, ਕਾਠੀ ਨੂੰ ਵੱਢ ਕੇ, ਘੋੜੇ ਨੂੰ ਵੱਢ ਕੇ ਉਹ ਤਲਵਾਰ ਜਿਹੜੀ ਸੀ ਧਰਤੀ ਦੇ ਨਾਲ ਜਾ ਟਕਰਾਈ। ਵੀਰ ਪਲਾਣੋਂ ਡਿੱਗਿਆ ਕਰ ਸਿਜਦਾ ਸੁੰਭ ਸੁਜਾਨ ਕੋ। ਵੀਰ ਭਾਵ ਸੂਰਮਾ ਜਿਹੜਾ ਸੀ, ਇਸ ਦਾ ਦੂਜਾ ਭਾਵ ਇਹ ਵੀ ਲਿਆ ਜਾ ਸਕਦਾ ਹੈ ਕਿ ਰਾਜੇ ਸੁੰਭ ਦਾ ਵੀਰ, ਉਸ ਦਾ ਭਰਾ ਜਿਹੜਾ ਸੀ ਉਹ ਘੋੜੇ ਦੀ ਕਾਠੀ ਤੋਂ ਥੱਲੇ ਡਿੱਗ ਪਿਆ ਤੇ ਉਹ ਇਸ ਤਰ੍ਹਾਂ ਡਿੱਗਿਆ ਕਿ ਸਿਰ ਉਹਦਾ ਹੇਠਾਂ ਨੂੰ ਹੋ ਗਿਆ। ਹਾਲੇ ਕਿਉਂਕਿ ਰਕਾਬਾਂ ਵਿੱਚ ਪੈਰ ਹੋਣਗੇ, ਇਸ ਵਾਸਤੇ ਉਹ ਅੱਧਾ ਜਿਹੜਾ ਹੈ ਉਹ ਘੋੜੇ ਦੀ ਕਾਠੀ ਦੇ ਨਾਲ ਫਸਿਆ ਹੋਵੇਗਾ, ਸਿਰ ਉਹਦਾ ਹੇਠਲੇ ਪਾਸੇ ਨੂੰ ਹੋ ਗਿਆ, ਜਿਸ ਦਾ ਸਦਕਾ ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਉਹ ਆਪਣੇ ਰਾਜੇ ਅਥਵਾ ਵੱਡੇ ਭਰਾ ਸੁੰਭ ਨੂੰ ਸਿਜਦਾ ਕਰ ਰਿਹਾ ਹੋਵੇ, ਨਮਸਕਾਰ ਕਰ ਰਿਹਾ ਹੋਵੇ। ਸ਼ਾਬਾਸ਼ ਸਲੋਣੇ ਖਾਨ ਕੋ। ਤੇ ਸਾਹਿਬ ਕਲਗੀਧਰ ਪਾਤਸ਼ਾਹ ਫਰਮਾਨ ਕਰਦੇ ਨੇ, ਵਾਹ ਵਾਹ ਸ਼ਾਬਾਸ਼ ਸਲੋਣੇ ਖਾਨ ਕੋ। ਸਲੋਣੇ ਤੋਂ ਭਾਵ ਹੈ ਨਮਕੀਨ ਪਦਾਰਥ, ਵਧੀਆ ਤੋਂ ਵਧੀਆ ਜਿਹੜੇ ਪਦਾਰਥ ਸਨ, ਖਾਣ ਵਾਲਾ ਬੰਦਾ ਜਿਹੜਾ ਸੀ ਉਸ ਨੂੰ ਸ਼ਾਬਾਸ਼ ਹੈ। ਸ਼ਾਬਾਸ਼ ਸ਼ਬਦ ਜਿਹੜਾ ਇਹ ਵੀ ਫਾਰਸੀ ਦਾ ਸ਼ਬਦ ਹੈ, ਦੋ ਸ਼ਬਦਾਂ ਦੀ ਸੰਧੀ ਹੈ। ਜਿਹੜੇ ਦੋ ਸ਼ਬਦ ਨੇ ਉਹ ਹੁੰਦੇ ਨੇ ਸ਼ਾਦ ਔਰ ਬਾਸ਼। ਸ਼ਾਦ ਤੋਂ ਭਾਵ ਹੁੰਦਾ ਹੈ ਖੁਸ਼, ਬਾਸ਼ ਤੋਂ ਭਾਵ ਹੈ ਹੋਣਾ। ਜਦੋਂ ਕਿਸੇ ਨੂੰ ਅਸੀਂ ਪੰਜਾਬੀ 'ਚ ਜਿਸ ਤਰ੍ਹਾਂ ਕਹਿੰਦੇ ਹਾਂ ਖੁਸ਼ ਰਹੋ, ਇਸ ਤਰ੍ਹਾਂ ਦਾ ਸ਼ਬਦ ਹੈ ਸ਼ਾਦਬਾਸ਼, ਭਾਵ ਖੁਸ਼ ਰਹੋ। ਜਦੋਂ ਇਹ ਸ਼ਬਦ ਜਿਹੜਾ ਹੌਲੀ ਹੌਲੀ ਵਿਗੜਿਆ, ਜਾਂ ਇੰਜ ਕਹਿ ਲਓ ਕਿ ਦੂਜੀਆਂ ਭਾਸ਼ਾਵਾਂ ਵਿੱਚ ਪੰਜਾਬੀ ਆਦਿਕ ਵਿੱਚ ਆਇਆ, ਤੇ ਜਦੋਂ ਦੂਜੀਆਂ ਭਾਸ਼ਾਵਾਂ ਵਿੱਚ ਸ਼ਬਦ ਜਾਂਦੇ ਨੇ ਤੇ ਉਹਨਾਂ ਦੇ ਮੂਲ ਸ਼ਬਦ ਜਿਹੜੇ ਨੇ, ਮੂਲ ਰੂਪ ਜਿਹੜੇ ਨੇ ਉਹ ਕਈ ਵਾਰੀ ਬਦਲ ਜਾਂਦੇ ਨੇ। ਕੁਝ ਸ਼ਬਦ ਅਜਿਹੇ ਹੁੰਦੇ ਨੇ ਜਿਹੜੇ ਨਹੀਂ ਬਦਲਦੇ, ਪਰ ਕੁਝ ਸ਼ਬਦ ਅਜਿਹੇ ਹੁੰਦੇ ਨੇ ਜਿਨ੍ਹਾਂ ਦਾ ਮੂਲ ਜਿਹੜਾ ਉਹ ਬਦਲ ਜਾਂਦਾ ਹੈ। ਸ਼ਾਦਬਾਸ਼ ਦੇ ਵਿੱਚੋਂ ਦੱਦਾ ਜਿਹੜਾ ਸੀ ਉਹ ਜਿਹੜਾ ਸਾਇਲੈਂਟ ਹੋ ਗਿਆ ਤੇ ਇਹ ਸ਼ਬਦ ਬਣ ਗਿਆ ਸ਼ਾਬਾਸ਼, ਭਾਵ ਖੁਸ਼ ਰਹੋ। ਸ਼ਾਬਾਸ਼ ਹੈ ਤੈਨੂੰ, ਧਨ ਹੈ ਤੂੰ, ਤੇਰਾ ਖਾਣਾ ਧਨ ਹੈ। ਸਦਾ ਸ਼ਾਬਾਸ਼ ਤੇਰੇ ਤਾਨ ਕੋ। ਐ ਨਿਸੁੰਭ ਤੇਰੇ ਤਾਣ ਨੂੰ, ਤੇਰੇ ਬਲ ਨੂੰ ਵੀ ਸ਼ਾਬਾਸ਼ ਹੈ, ਭਾਵ ਤੇਰਾ ਬਲ ਜਿਹੜਾ ਹੈ ਉਸ ਦਾ ਤੂੰ ਸਹੀ ਪ੍ਰਯੋਗ ਕੀਤਾ, ਤੂੰ ਸਫਲਾ ਕੀਤਾ ਹੈ ਆਪਣਾ ਬਲ। ਤੇਰੀ ਤਾਕਤ ਨੂੰ ਵੀ ਸ਼ਾਬਾਸ਼ ਹੈ, ਤੇਰੇ ਖਾਧੇ ਹੋਏ ਪਦਾਰਥ ਤੂੰ ਸਫਲੇ ਕੀਤੇ ਨੇ, ਇਸ ਵਾਸਤੇ ਉਹਨਾਂ ਨੂੰ ਵੀ ਸ਼ਾਬਾਸ਼ ਹੈ। ਧਨ ਹੈ ਤੂੰ ਤੇ ਧਨ ਹੈ ਤੇਰਾ ਖਾਣਾ ਪੀਣਾ। ਤਾਰੀਫਾਂ ਪਾਨ ਚਬਾਨ ਕੋ। ਜਦੋਂ ਕੋਈ ਸੂਰਮਾ ਮੈਦਾਨੇ ਜੰਗ ਵਿੱਚ ਚੱਲਣ ਲੱਗਦਾ ਤੇ ਯਾਦ ਰਹੇ ਕਿ ਮੈਦਾਨੇ ਜੰਗ ਵਿੱਚ ਜਾਣ ਲੱਗਿਆਂ ਇੱਕ ਢੰਗ ਤਰੀਕਾ ਲੰਬੇ ਸਮੇਂ ਤੋਂ ਵਰਤਿਆ ਜਾਂਦਾ ਰਿਹਾ। ਉਹ ਇਹ ਸੀ ਕਿ ਜਦੋਂ ਕੋਈ ਮੁਹਿੰਮ ਸ਼ੁਰੂ ਹੁੰਦੀ ਤੇ ਉਸ ਮੁਹਿੰਮ ਦੇ ਵਾਸਤੇ ਜਿਹੜਾ ਰਾਜਾ ਹੈ ਜਾਂ ਮੁਖੀ ਹੈ ਫੌਜ ਦਾ, ਉਹ ਇੱਕ ਐਲਾਨ ਕਰਦਾ ਕਿ ਭੀੜ ਬਣ ਗਈ ਹੈ, ਆਪਦਾ ਆ ਗਈ ਹੈ, ਵਿਰੋਧੀ ਨੇ, ਦੁਸ਼ਮਣ ਨੇ ਸਾਡੇ 'ਤੇ ਹਮਲਾ ਕਰ ਦਿੱਤਾ, ਅਥਵਾ ਅਸੀਂ ਉਸ ਨੂੰ ਜਿੱਤਣ ਵਾਸਤੇ ਉਹਦੀ ਰਾਜਧਾਨੀ 'ਤੇ ਹਮਲਾ ਕਰਨਾ। ਕੋਈ ਸੂਰਮਾ ਆਪਣੇ ਆਪ ਨੂੰ ਪੇਸ਼ ਕਰੇ, ਤੇ ਪੇਸ਼ ਕਰਨ ਵਾਸਤੇ ਇੱਕ ਢੰਗ ਤਰੀਕਾ ਵਰਤਿਆ ਜਾਂਦਾ ਸੀ ਕਿ ਜਦੋਂ ਸਭਾ ਸਾਰੀ ਇਕੱਠੀ ਹੁੰਦੀ
ਉਸ ਸਾਰੀ ਸਭਾ ਦੇ ਵਿੱਚ, ਭਰੀ ਹੋਈ ਸਭਾ ਦੇ ਵਿੱਚ ਇੱਕ ਤਿੱਖੀ ਤਲਵਾਰ, ਨੰਗੀ ਤਲਵਾਰ ਰੱਖ ਦਿੱਤੀ ਜਾਂਦੀ ਔਰ ਇੱਕ ਪਾਨਾਂ ਦਾ ਬੀੜਾ ਰੱਖ ਦਿੱਤਾ ਜਾਂਦਾ। ਉੱਥੇ ਇਸ਼ਾਰੇ ਮਾਤਰ ਹੀ ਗੱਲ ਹੁੰਦੀ ਸੀ, ਕੋਈ ਬਹੁਤਾ ਲੰਬਾ ਐਲਾਨ ਨਹੀਂ ਸੀ ਹੁੰਦਾ। ਤੇ ਉਹਦਾ ਭਾਵ ਇਹ ਹੁੰਦਾ ਸੀ ਕਿ ਕੋਈ ਸੂਰਮਾ ਆਪਣੇ ਆਪ ਨੂੰ ਇਸ ਮੁਹਿੰਮ ਵਾਸਤੇ ਆਪਣਾ ਆਪਾ ਅਰਪਿਤ ਕਰੇ, ਆਪਣਾ ਆਪਾ ਇੱਥੇ ਕੁਰਬਾਨ ਕਰਨ ਵਾਸਤੇ ਆਪ ਤਿਆਰ ਹੋਵੇ, ਤਾਂ ਕਿ ਕਿਸੇ ਨੂੰ ਕਹਿਣਾ ਨਾ ਪਵੇ। ਇਹ ਨਾ ਹੋਵੇ ਕਿ ਅਸੀਂ ਕਹੀਏ ਕਿ ਤੂੰ ਜਾ ਫਲਾਣਿਆ, ਤੂੰ ਜਾ। ਇਸ ਤਰ੍ਹਾਂ ਕਹਿਣ ਦੀ ਬਜਾਏ ਕੋਈ ਸੂਰਮਾ ਆਪਣੇ ਆਪ ਇਸ ਮੁਹਿੰਮ ਵਾਸਤੇ ਜਾਣ ਲਈ ਕਮਰ ਕੱਸਾ ਕਰੇ। ਅਤੇ ਉਹਨਾਂ ਵਿੱਚੋਂ ਕੋਈ ਨਾ ਕੋਈ ਸੂਰਮਾ ਜਿਹੜਾ ਸੀ ਉਹ ਇਸ ਅਣਖ ਨੂੰ, ਇਸ ਗੈਰਤ ਦੇ ਸੱਦੇ ਨੂੰ ਪ੍ਰਵਾਨ ਕਰਦਾ ਹੋਇਆ ਅੱਗੇ ਵੱਧਦਾ ਅਤੇ ਉਹ ਪਾਨਾਂ ਦਾ ਬੀੜਾ ਚੁੱਕ ਕੇ ਆਪਣੇ ਮੂੰਹ ਵਿੱਚ ਪਾ ਲੈਂਦਾ ਅਤੇ ਉਸ ਦੇ ਨਾਲ ਆਪਣੇ ਹੱਥ ਵਿੱਚ ਤਲਵਾਰ ਫੜ ਲੈਂਦਾ। ਭਾਵ ਉਹ ਕਹਿੰਦਾ ਸੀ ਕਿ ਮੈਂ ਤਿਆਰ ਹਾਂ ਇਸ ਮੁਹਿੰਮ ਵਾਸਤੇ। ਇੱਥੋਂ ਇੱਕ ਬੜਾ ਮਸ਼ਹੂਰ ਅਖਾਣ ਪੰਜਾਬੀ ਦਾ ਬਣਿਆ, ਜਿਸ ਨੂੰ ਅਸੀਂ ਆਮ ਕਰਕੇ ਗੁਰੂ ਸਾਹਿਬਾਂ ਵਾਸਤੇ ਵੀ ਵਰਤ ਦਿੰਦੇ ਹਾਂ। ਬਹੁਤ ਵਾਰੀ ਤੁਸੀਂ ਸੁਣਿਆ ਹੋਵੇਗਾ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਆਜ਼ਾਦੀ ਦੀ ਲੜਾਈ ਦਾ ਬੀੜਾ ਚੁੱਕਿਆ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੀ ਮੁਗਲਿਆ ਹਕੂਮਤ ਹਿੰਦੁਸਤਾਨ ਦੇ ਉੱਤੇ ਕਾਬਜ਼ ਸੀ, ਜ਼ੁਲਮ ਕਰ ਰਹੀ ਸੀ, ਤਸ਼ੱਦਦ ਕਰ ਰਹੀ ਸੀ, ਜਿਸ ਵੇਲੇ ਧਰਮ ਨੂੰ ਪੂਰਨ ਰੂਪ ਵਿੱਚ ਖਤਰਾ ਪਿਆ ਹੋਇਆ ਸੀ, ਉਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਨੇ ਦੇਸ਼ ਵਿੱਚੋਂ ਉਸ ਹਕੂਮਤ ਦਾ ਬੋਰੀਆ ਬਿਸਤਰਾ ਗੋਲ ਕਰਨ ਵਾਸਤੇ ਬੀੜਾ ਚੁੱਕਿਆ। ਬੀੜਾ ਚੁੱਕਿਆ ਸ਼ਬਦ ਅਸੀਂ ਆਮ ਵਰਤ ਦਿੰਦੇ ਹਾਂ, ਪਰ ਅਸਲ ਵਿੱਚ ਬੀੜਾ ਸ਼ਬਦ ਜਿਹੜਾ ਹੈ ਇਹ ਗੁਰਸਿੱਖੀ ਵਿੱਚ ਇਸ ਦਾ ਕੋਈ ਥਾਂ ਨਹੀਂ, ਕਿਉਂਕਿ ਇਸ ਦਾ ਸੰਬੰਧ ਪਾਨ ਨਾਲ ਹੈ। ਇਸ ਵਾਸਤੇ ਬੀੜਾ ਸ਼ਬਦ ਨਹੀਂ। ਇੱਥੇ ਤਾਂ ਇਹ ਹੈ ਕਿ ਆਪਣੇ ਆਪ ਨੂੰ ਨਿਸ਼ਾਵਰ ਕਰ ਦੇਣਾ, ਆਪਣੇ ਆਪ ਨੂੰ ਮੋਹਰੀ ਬਣਾਉਣ ਵਾਸਤੇ ਤਿਆਰ ਕਰਨਾ, ਅਥਵਾ ਐਲਾਨ ਕਰ ਦੇਣਾ ਕਿ ਮੈਂ ਇਹ ਕੰਮ ਕਰਾਂਗਾ। ਸੰਕਲਪ ਲੈਣਾ ਸ਼ਬਦ ਤੇ ਹੋ ਸਕਦਾ, ਪਰ ਬੀੜਾ ਚੁੱਕਣਾ ਸ਼ਬਦ ਜਿਹੜਾ ਹੈ ਉਹ ਗੁਰਮਤਿ ਦੇ ਅਨੁਸਾਰ ਨਹੀਂ ਹੈ, ਗੁਰਮਤਿ ਦੇ ਅਨੁਕੂਲ ਨਹੀਂ ਹੈ। ਤੋ ਇੱਥੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਰਾਜਾ ਸੁੰਭ ਕਹਿ ਰਿਹਾ ਕਿ ਹੇ ਮੇਰੇ ਭਰਾ, ਤੇਰਾ ਬੀੜਾ ਚੁੱਕ ਕੇ ਮੂੰਹ ਵਿੱਚ ਪਾਉਣਾ ਜਿਹੜਾ ਹੈ ਉਸ ਨੂੰ ਸ਼ਾਬਾਸ਼ ਹੈ, ਭਾਵ ਤੂੰ ਉਸ ਨੂੰ ਸਫਲਾ ਕਰ ਦਿੱਤਾ ਹੈ। ਜਿਹੜਾ ਸੰਕਲਪ ਤੂੰ ਲਿਆ ਸੀ ਉਸ ਸੰਕਲਪ ਨੂੰ ਤੂੰ ਪੂਰਾ ਕਰ ਵਿਖਾਇਆ ਹੈ। ਸਦ ਰਹਿਮਤ ਕੈਫਾ ਖਾਨ ਕੋ, ਕਿਉਂਕਿ ਇਹ ਜੰਗ ਰਾਖਸ਼ਾਂ ਦੀ ਹੈ। ਸੂਰਮੇ ਜਿਹੜੇ ਨੇ ਉਸ ਵੇਲੇ ਨਸ਼ਾ ਖਾ ਕੇ ਮੈਦਾਨੇ ਜੰਗ ਵਿੱਚ ਜਾਂਦੇ ਸਨ, ਅਤੇ ਉਸ ਦੇ ਬਾਰੇ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਜਿਹੜਾ ਤੂੰ ਨਸ਼ਾ ਕੀਤਾ ਸੀ, ਜਿਹੜੀ ਤੂੰ ਕੈਫ ਪੀਤੀ ਸੀ, ਉਹ ਕੈਫ ਪੀ ਕੇ ਤੂੰ ਮੈਦਾਨੇ ਜੰਗ ਵਿੱਚ ਜੂਝਿਆ, ਤੇਰਾ ਉਹ ਪੀਣਾ ਜਿਹੜਾ ਸੀ ਉਹ ਵੀ ਸਫਲਾ ਹੋ ਗਿਆ ਹੈ, ਸ਼ਾਬਾਸ਼ ਹੈ ਉਸ ਨੂੰ ਵੀ, ਭਾਵ ਖੁਸ਼ ਰਹੋ, ਤੇਰੇ ਤੇ ਰੱਬੀ ਰਹਿਮਤਾਂ ਰਹਿਣ। ਸਦ ਰਹਿਮਤ ਤੁਰੇ ਨਚਾਣ ਕੋ, ਤੂੰ ਤੁਰਨ ਲੱਗਿਆਂ ਆਪਣੇ ਘੋੜੇ ਨੂੰ ਨਚਾਇਆ ਸੀ, ਕੁਦਾਇਆ ਸੀ, ਤੇਰਾ ਉਹ ਜਿਹੜਾ ਹੈ ਉਹ ਵੀ ਸਫਲਾ ਹੈ, ਤੇਰੇ ਉੱਤੇ ਪਰਮੇਸ਼ਰ ਦੀ, ਰੱਬ ਦੀ ਰਹਿਮਤ ਹੋਈ ਹੈ। ਦੁਰਗਾ ਅਤੇ ਦਾਨਵੀ ਗਹਿ ਸੰਗਰ ਕੱਥੇ, ਕਿਉਂਕਿ ਮੈਂ ਅਰਜ਼ ਕਰਦਿਆਂ ਕਿ ਮੈਦਾਨੇ ਜੰਗ ਵਿੱਚ ਜੂਝਣਾ ਗੁਰਮਤਿ ਦੇ ਅਨੁਸਾਰ ਵੀ ਇਹ ਮੰਨਿਆ ਗਿਆ ਕਿ ਸਾਰੇ ਮਨੁੱਖ ਇਸ ਪਾਸੇ ਕੰਮ ਨਹੀਂ ਕਰ ਸਕਦੇ, ਨਹੀਂ ਜੂਝ ਸਕਦੇ। ਇਹ ਕਾਇਰ ਤੇ ਬੁਜ਼ਦਿਲ ਦਾ ਕੰਮ ਨਹੀਂ। ਪਹਿਲਾਂ ਇਸ ਤੋਂ ਇਹ ਹੋਣਾ ਜ਼ਰੂਰੀ ਹੈ ਕਿ ਆਤਮਾ ਬਲਵਾਨ ਹੋਵੇ। ਗਰੀਬ ਨਵਾਜ ਸਾਹਿਬ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਵਿੱਚ ਇਹ ਬਚਨ ਰਿਕਾਰਡ ਹੋਇਆ। ਸਤਿਗੁਰੂ ਜੀ ਹੁਕਮ ਕਰਦੇ ਨੇ, ਜਿੰਨਾ ਚਿਰ ਤੁਹਾਡੀ ਆਤਮਾ ਨਾਮ ਜਪ ਕੇ ਬਲਵਾਨ ਨਹੀਂ ਹੋ ਜਾਂਦੀ, ਉਹਨਾਂ ਚਿਰ ਤੁਸੀਂ ਧਰਮ ਦਾ, ਕੌਮ ਦਾ, ਦੇਸ਼ ਦਾ ਕੋਈ ਕੰਮ ਨਹੀਂ ਕਰ ਸਕਦੇ। ਭਾਵ ਆਤਮਾ ਬਲਵਾਨ ਹੋਣ ਦਾ ਮਤਲਬ ਹੀ ਇਹ ਹੈ ਕਿ ਆਤਮਾ ਸੰਸਾਰਿਕ ਲੋਭਾਂ ਤੋਂ ਉੱਚੀ ਉੱਠ ਜਾਵੇ। ਮਨ ਜਿਹੜਾ ਮਨੁੱਖ ਦੀ ਭਾਵਨਾ ਜਿਹੜੀ ਹੈ ਉਹ ਕੇਵਲ ਤੇ ਕੇਵਲ ਮਾਇਕ ਪਦਾਰਥਾਂ ਨਾਲ ਹੀ ਨਾ ਜੁੜੀ ਰਹੇ, ਆਪਣੇ ਕੁਟੁੰਬ ਨਾਤੇ ਦੇ ਨਾਲ ਹੀ ਸੰਬੰਧ ਨਾ ਜੁੜਿਆ ਰਹੇ, ਅਤੇ ਉਹ ਸੰਸਾਰ ਦੇ ਡਰ ਵਿੱਚ, ਭੈ ਵਿੱਚ ਹੀ ਨਾ ਮਨੁੱਖ ਫਸਿਆ ਰਹੇ, ਇਹਨਾਂ ਚੀਜ਼ਾਂ ਤੋਂ ਉੱਚਾ ਹੋ ਜਾਵੇ। ਜਦੋਂ ਉਹਦੀ ਆਤਮਾ ਉੱਚੀ ਹੋ ਜਾਏਗੀ ਤਾਂ ਹੀ ਉਹ ਦੇਸ਼ ਦਾ, ਧਰਮ ਦਾ, ਕੌਮ ਦਾ ਅਥਵਾ ਪਰ ਉਪਕਾਰ ਦਾ ਕੰਮ ਕਰ ਸਕਦਾ ਹੈ।
ਪਰਉਪਕਾਰ ਹਰ ਮਨੁੱਖ ਨਹੀਂ ਕਰ ਸਕਦਾ। ਪਰਉਪਕਾਰ ਕੌਣ ਕਰੇਗਾ? ਆਪਣਾ ਸਰੀਰ ਕਿਸੇ ਵਾਸਤੇ ਕੌਣ ਦਾਨ ਕਰਦਾ? ਉਹੀ ਕਰ ਸਕਦਾ ਜਿਸ ਨੂੰ ਇੰਜ ਜਾਪਦਾ ਹੈ ਕਿ ਇਹ ਸਾਰੇ ਦੇ ਸਾਰੇ ਲੋਕ ਮੇਰੇ ਆਪਣੇ ਨੇ, ਕੋਈ ਓਪਰਾ ਨਹੀਂ। ਭਾਵੇਂ ਉਹ ਕਿਸੇ ਦਲ ਦਾ ਹੈ, ਪਰ ਉਹ ਸਤਸੰਗੀ ਜਨੋ ਸੂਰਮਾ ਹੀ ਮੈਦਾਨ ਵਿੱਚ ਡਟ ਸਕਦਾ। ਸੂਰਮੇ ਤੋਂ ਬਿਨਾਂ ਮੈਦਾਨੇ ਜੰਗ ਵਿੱਚ ਨਹੀਂ ਡਟਿਆ ਜਾਂਦਾ। ਔਰ ਜਦੋਂ ਸੂਰਮਾ ਆਪਣੇ ਮਾਲਕ ਨੂੰ ਸਾਹਮਣੇ ਵੇਖਦਾ ਹੋਇਆ ਮੈਦਾਨੇ ਜੰਗ ਵਿੱਚ ਜੂਝ ਜਾਂਦਾ ਹੈ ਤੇ ਉਸ ਨੂੰ ਬਹੁਤ ਵੱਡੀ ਵਡਿਆਈ ਦਿੱਤੀ ਗਈ ਹੈ। ਹਨੂਮਾਨ ਨਾਟਕ ਵਿੱਚ ਇੱਕ ਬਚਨ ਆਉਂਦਾ ਹੈ ਕਿ ਜਦੋਂ ਲਛਮਣ ਜੀ ਮੂਰਛਾ ਹੋ ਗਏ ਤੇ ਲਛਮਣ ਜੀ ਨੂੰ ਬਚਾਉਣ ਵਾਸਤੇ ਹਨੂਮਾਨ ਜੀ ਨੂੰ ਭਗਵਾਨ ਸ਼੍ਰੀ ਰਾਮਚੰਦਰ ਹੁਕਮ ਕਰਦੇ ਨੇ ਕਿ ਤੂੰ ਸੰਜੀਵਨੀ ਬੂਟੀ ਲੈ ਕੇ ਆ। ਹਨੂਮਾਨ ਨਾਟਕ ਵਿੱਚ ਇਸ ਦਾ ਜ਼ਿਕਰ ਕੀਤਾ ਕਿ ਜਦੋਂ ਉਹ ਰਸਤੇ ਵਿੱਚ ਪਹਾੜ ਨੂੰ, ਪਰਬਤ ਨੂੰ ਚੁੱਕ ਕੇ ਲਿਆ ਰਹੇ ਸਨ ਤੇ ਰਸਤੇ ਵਿੱਚ ਅਯੁੱਧਿਆ ਦੇ ਵਿੱਚੋਂ ਤੀਰ ਮਾਰਿਆ ਭਰਤ ਨੇ, ਜਿਸ ਦਾ ਸਦਕਾ ਇਹ ਹਨੂਮਾਨ ਜਿਹੜੇ ਸਨ ਉਹ ਧਰਤੀ ਦੇ ਉੱਤੇ ਥੱਲੇ ਉਤਰ ਆ ਗਏ। ਉੱਥੋਂ ਪਤਾ ਲੱਗਿਆ ਸਾਰੇ ਪਰਿਵਾਰ ਨੂੰ ਕਿ ਲਛਮਣ ਜੀ ਮੂਰਛਾ ਹੋ ਗਏ ਨੇ ਲੰਕਾ ਦੀ ਜੰਗ ਵਿੱਚ। ਤੇ ਹਨੂਮਾਨ ਨਾਟਕ ਦੇ ਕਰਤਾ ਪੰਡਿਤ ਹਿਰਦੇ ਰਾਮ ਜੀ ਬੜਾ ਸੁੰਦਰ ਲਿਖਦੇ ਨੇ। ਉਹ ਕਹਿੰਦੇ ਨੇ ਬਚਨਨ ਸੁਨਤ ਸੁਮਿਤਰਾ ਧਾਈ। ਜਦੋਂ ਇਸ ਬਚਨ ਦਾ ਪਤਾ ਲੱਗਿਆ ਨਾ ਕਿ ਮੇਰਾ ਪੁੱਤਰ ਚੜ੍ਹਾਈ ਕਰ ਗਿਆ, ਮੇਰਾ ਪੁੱਤਰ ਮੂਰਛਾ ਹੋ ਗਿਆ, ਬੇਹੋਸ਼ ਹੋ ਗਿਆ, ਜਦੋਂ ਇਸ ਗੱਲ ਦਾ ਪਤਾ ਲੱਗਿਆ ਤੇ ਸੁਮਿਤਰਾ ਜਿਹੜੀ ਸੀ ਬੜੀ ਖੁਸ਼ ਹੋਈ। ਬਚਨਨ ਸੁਨਤ ਸੁਮਿਤਰਾ ਧਾਈ, ਲਛਮਣ ਕੀ ਅਤ ਕਰੀ ਵਡਾਈ। ਆਪਣੇ ਪੁੱਤਰ ਦੀ ਬੜੀ ਵਡਿਆਈ ਕੀਤੀ ਤੇ ਵਡਿਆਈ ਕਰਦਿਆਂ ਹੋਇਆਂ ਇਹ ਆਖਿਆ, ਕਹਿਣ ਲੱਗੀ ਹਾਂ ਤੋ ਆਜ ਸਪੂਤੀ ਭਈ। ਕਹਿਣ ਲੱਗੀ ਮੈਂ ਅੱਜ ਅਸਲ ਵਿੱਚ ਪੁੱਤਰ ਵਾਲੀ ਹੋਈ ਹਾਂ, ਮੈਂ ਅੱਜ ਪੁੱਤਰਵੰਤੀ ਹੋਈ ਹਾਂ। ਕਿਉਂ? ਕਿਉਂਕਿ ਲਛਮਣ ਦੇਹ ਰਾਮ ਹਿਤ ਗਈ। ਮੇਰੇ ਪੁੱਤਰ ਲਛਮਣ ਦੀ ਦੇਹ ਜਿਹੜੀ ਹੈ, ਸਰੀਰ ਜਿਹੜਾ ਹੈ, ਆਪਣੇ ਭਗਵਾਨ, ਆਪਣੇ ਪ੍ਰਭੂ, ਆਪਣੇ ਮਾਲਕ, ਆਪਣੇ ਰਾਜੇ, ਆਪਣੇ ਵੱਡੇ ਭਰਾ ਸ਼੍ਰੀ ਰਾਮਚੰਦਰ ਵਾਸਤੇ ਕੁਰਬਾਨ ਹੋ ਗਿਆ। ਉਹ ਕਹਿਣ ਲੱਗੀ ਇਹ ਸਭ ਤੋਂ ਵੱਡਾ ਕੰਮ ਹੈ ਕਿ ਜਿਸ ਦਾ ਸਰੀਰ, ਜਿਸ ਦੀ ਦੇਹੀ ਆਪਣੇ ਮਾਲਕ ਵਾਸਤੇ, ਮਾਲਕ ਆਪਣੇ ਨੂੰ ਵੇਖਦਿਆਂ ਹੋਇਆਂ ਉਸ ਦੀਆਂ ਅੱਖੀਆਂ ਦੇ ਸਾਹਮਣੇ ਉਸ ਤੋਂ ਨਿਸ਼ਾਵਰ ਹੋ ਜਾਏ, ਕੁਰਬਾਨ ਹੋ ਜਾਏ ਤੇ ਉਸ ਦਾ ਸੰਸਾਰ ਵਿੱਚ ਆਉਣਾ ਹੋਇਆ ਸਫਲਾ ਹੋ ਜਾਂਦਾ ਹੈ। ਉਸ ਦਾ ਸੰਸਾਰ ਵਿੱਚ ਜਿਉਣਾ ਵੀ ਸਫਲਾ ਹੈ, ਉਸ ਦਾ ਸੰਸਾਰ ਵਿੱਚ ਮਰਨਾ ਵੀ ਸਫਲਾ ਹੈ। ਤੇ ਕਹਿਣ ਲੱਗੀ ਜੇਕਰ ਮੈਦਾਨੇ ਜੰਗ ਵਿੱਚੋਂ ਕੋਈ ਪਿੱਠ ਦੇ ਕੇ ਭੱਜ ਜਾਂਦਾ, ਬੁਜ਼ਦਿਲ ਬਣ ਕੇ, ਕਾਇਰ ਬਣ ਕੇ ਭੱਜ ਜਾਂਦਾ ਮੈਦਾਨੇ ਜੰਗ ਵਿੱਚੋਂ, ਤੇ ਉਸ ਦੇ ਬਾਰੇ ਤਾਂ ਇਹੀ ਕਿਹਾ ਜਾ ਸਕਦਾ ਕਿ ਮੈਦਾਨੇ ਜੰਗ ਵਿੱਚੋਂ ਭੱਜਣ ਵਾਲੇ ਦੇ ਤੇ ਤਾਕੋ ਮਾਸ ਗੀਦ ਨਹਿ ਲਈ, ਉਹਦਾ ਮਾਸ ਤੇ ਗਿਰਜਾਂ ਵੀ ਨਹੀਂ ਖਾਣਾ ਪਸੰਦ ਕਰਦੀਆਂ, ਕਿਉਂਕਿ ਉਹ ਬੁਜ਼ਦਿਲ ਹੈ, ਉਹ ਕਾਇਰ ਹੈ। ਕਹਿਣ ਲੱਗੀ ਸੂਰਮੇ ਦਾ ਮਾਸ ਹੀ ਇਹ ਮਾਸਖੋਰੇ ਜਾਨਵਰ ਵੀ ਖਾਣਾ ਪਸੰਦ ਕਰਦੇ ਹਨ। ਇਸ ਵਾਸਤੇ ਹਨੂਮਾਨ ਯੋਂ ਕਹੀਓ ਜਾਈ, ਹਨੂਮਾਨ ਤੂੰ ਜਾਵੀਂ ਤੇ ਜਾ ਕੇ ਰਾਮਚੰਦਰ ਨੂੰ ਇਹ ਗੱਲ ਆਖੀ ਕਿ ਰਘੁਪਤ ਜੀਓ ਸਦਾ ਸੁਖਦਾਈ। ਹੇ ਰਾਮਚੰਦਰ ਤੂੰ ਸਦਾ ਸੁਖ ਨਾਲ ਜਿਉ। ਇੱਥੇ ਇਹ ਨਹੀਂ ਆਖਿਆ, ਰੋਈ ਨਹੀਂ, ਕੁਰਲਾਈ ਨਹੀਂ, ਦੁਹਾਈ ਨਹੀਂ ਦਿੱਤੀ ਕਿ ਮੇਰਾ ਪੁੱਤਰ ਮਰ ਗਿਆ ਮੇਰੀ ਸੌਂਕਣ ਦੇ ਪੁੱਤਰ ਵਾਸਤੇ, ਇਸ ਤਰ੍ਹਾਂ ਨਹੀਂ। ਮੈਂ ਇੱਕ ਅਰਜ਼ ਕਰਦੇ ਹਾਂ ਕਿ ਜਦੋਂ ਅਸੀਂ ਰਾਮਾਇਣ ਨੂੰ ਪੜ੍ਹਦੇ ਹਾਂ, ਬਹੁਤ ਸਾਰੀਆਂ ਮਨੁੱਖੀ ਕਿਰਦਾਰ ਦੀਆਂ ਉੱਚ ਕਦਰਾਂ ਕੀਮਤਾਂ ਜਿਹੜੀਆਂ ਨੇ ਇਸ ਗ੍ਰੰਥ ਵਿੱਚੋਂ ਵੀ ਪ੍ਰਾਪਤ ਹੁੰਦੀਆਂ ਹਨ। ਬਹੁਤ ਕੁਛ ਬੜਾ ਸੋਹਣਾ ਜਿਹੜਾ ਹੈ ਉਹ ਵਿਦਵਾਨ ਲੋਕਾਂ ਨੇ ਲਿਖਿਆ। ਤੇ ਇੱਥੇ ਵੀ ਇੱਕ ਕਮਾਲ ਦਾ ਬਚਨ ਹੈ ਕਿ ਜਿਹੜਾ ਭਗਵਾਨ ਸ਼੍ਰੀ ਰਾਮਚੰਦਰ ਨੇ, ਉਹ ਪੁੱਤਰ ਨੇ ਕੌਸ਼ਲਿਆ ਦੇ, ਲਛਮਣ ਜੀ ਪੁੱਤਰ ਨੇ ਸੁਮਿਤਰਾ ਦੇ। ਦੋਵੇਂ ਮਤਰਈਆਂ ਮਾਵਾਂ ਨੇ। ਆਮ ਕਰਕੇ ਅਸੀਂ ਸ਼ਬਦ ਸੁਣਦੇ ਹਾਂ ਕਿ ਮਤਰਈਆਂ ਮਾਵਾਂ ਜਿਹੜੀਆਂ ਨੇ ਉਹ ਤਾਂ ਕਦੀ ਕਿਸੇ ਬੱਚੇ ਨਾਲ ਪਿਆਰ ਨਹੀਂ ਕਰਦੀਆਂ, ਪਰ ਇੱਥੇ ਵੇਖਣ ਵਾਲੀ ਗੱਲ ਇਹ ਹੈ ਕਿ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਮਤਰਈ ਮਾਤਾ, ਲਛਮਣ ਦੀ ਸਕੀ ਮਾਤਾ ਸੁਮਿਤਰਾ ਇਹ ਗੱਲ ਕਹਿ ਰਹੀ ਹੈ ਕਿ ਹਨੂਮਾਨ ਰਾਮਚੰਦਰ ਨੂੰ ਜਾ ਕੇ ਇਹ ਗੱਲ ਕਹੀ ਕਿ ਰਘੁਪਤ ਜੀਓ ਸਦਾ ਸੁਖਦਾਈ, ਤੂੰ ਸਦਾ ਜੀ ਤੇ ਸੁਖ ਵਾਲਾ ਜੀਵਨ ਜਿਹੜਾ ਹੈ ਉਹ ਬਤੀਤ ਕਰ। ਤੇ ਨਾਲ ਅਗਲੀ ਗੱਲ ਜਿਹੜੀ ਹੈ ਕਹੀ ਹੈ, ਕਹਿੰਦੀ ਹੈ ਲਛਮਣ ਕੋ ਕਜ ਸੰਕ ਨਾ ਕੀਜੈ, ਰਾਵਣ ਮਾਰ ਵੱਡੋ ਜਸ ਲੀਜੈ। ਹੇ ਰਾਮਚੰਦਰ, ਲਛਮਣ ਦਾ ਤੂੰ ਫਿਕਰ ਨਾ ਕਰੀ, ਇਸ ਗੱਲ ਦੀ ਚਿੰਤਾ ਨਾ ਕਰੀ ਕਿ ਮੇਰਾ ਭਰਾ,
ਮੇਰੀ ਮਤਰੇਈ ਮਾਂ ਦਾ ਪੁੱਤਰ ਜਿਹੜਾ ਸੀ ਉਹ ਮੇਰੇ ਕੋਲੋਂ ਵਿਛੜ ਗਿਆ, ਚਲਾ ਗਿਆ। ਇਸ ਗੱਲ ਦਾ ਸ਼ੰਕਾ, ਇਸ ਗੱਲ ਦਾ ਡਰ ਮਨ ਵਿੱਚ ਨਾ ਰੱਖੀ। ਤੂੰ ਕਰੀ ਇਹ ਕਿ ਜਿਹੜੇ ਮਿਸ਼ਨ ਵਾਸਤੇ ਜਿਹੜਾ ਸੰਕਲਪ ਲੈ ਕੇ ਤੂੰ ਚੱਲਿਆ ਹੈ, ਉਹ ਸੰਕਲਪ ਹੈ ਤੇਰਾ ਰਾਵਣ ਨੂੰ ਮਾਰਨਾ। ਰਾਵਣ ਨੂੰ ਮਾਰ ਕੇ ਸੰਸਾਰ ਵਿੱਚ ਵੱਡਾ ਜਸ ਪ੍ਰਾਪਤ ਕਰ। ਇੱਥੇ ਇੱਕ ਹੋਰ ਮੇਰੇ ਸਾਹਮਣੇ ਬਚਨ ਆਉਂਦਾ, ਮੈਂ ਉਹ ਵੀ ਕਰਦਾ ਜਾਵਾਂ। ਭਗਵਾਨ ਸ਼੍ਰੀ ਰਾਮਚੰਦਰ ਜਦੋਂ ਲਛਮਣ ਮੂਰਛਾ ਹੁੰਦਾ ਤੇ ਉੱਥੇ ਇੱਕ ਬਚਨ ਕਰਦੇ ਨੇ, ਉਸ ਦੇ ਕੋਲ ਬਹਿ ਕੇ ਗੁਰਬਾਣੀ ਵਿੱਚ ਵੀ ਪਾਠ ਆਇਆ ਕਿ ਜਦੋਂ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਉਸ ਨੂੰ ਮੂਰਛਾ ਹੋਇਆ ਵੇਖਿਆ ਤੇ ਭਗਵਾਨ ਰੋ ਪਏ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲక్ష్మణ ਵਿਛੜ ਗਿਆ। ਜਦੋਂ ਭਰਾ ਦਾ ਵਿਛੋੜਾ ਪਿਆ ਤੇ ਰੋ ਪਏ, ਤੇ ਰੋ ਕੇ ਨਾਲ ਇੱਕ ਬਚਨ ਕੀਤਾ, ਕਹਿਣ ਲੱਗੇ ਅਹੋ ਵੀਰ ਤੁਮਰੋ ਜੋ ਮਰਣੋ ਔਰ ਜਾਨਕੀ ਜੀ ਕੋ ਹਰਣੋ। ਕਹਿਣ ਲੱਗੇ ਹੇ ਭਰਾ, ਸੀਤਾ ਦਾ ਵਿਛੜ ਜਾਣਾ, ਤੇਰਾ ਮਰ ਜਾਣਾ। ਸ਼ੰਕਾਵਾਦੀ ਦਾ ਸ਼ੰਕਾ ਨਿਵਰਤ ਕਰ ਰਹੇ ਨੇ। ਅਸਲ ਵਿੱਚ ਪੰਡਤ ਹਿਰਦੇ ਰਾਮ ਕਹਿੰਦੇ ਨੇ, ਭਗਵਾਨ ਰਾਮ ਕਹਿਣ ਲੱਗੇ ਭਰਾ ਤੇਰਾ ਮਰ ਜਾਣਾ, ਸੀਤਾ ਦਾ ਵਿਛੜ ਜਾਣਾ, ਪਿਤਾ ਦਾ ਮੈਨੂੰ ਬਨਵਾਸ ਦੇ ਦੇਣਾ, ਪਿਤਾ ਦਾ ਇਸ ਸੰਸਾਰ ਵਿੱਚੋਂ ਚਲੇ ਜਾਣਾ, ਚੜ੍ਹਾਈ ਕਰ ਜਾਣਾ, ਇਹਨਾਂ ਚੀਜ਼ਾਂ ਦਾ ਮੈਨੂੰ ਕੋਈ ਦੁੱਖ ਨਹੀਂ ਹੈ, ਕੋਈ ਕਿਸੇ ਵੀ ਕਿਸਮ ਦਾ ਗਮ ਨਹੀਂ ਹੈ। ਉਹ ਕਹਿਣ ਲੱਗੇ ਮੇਰੇ ਵਾਸਤੇ ਇਹ ਗੱਲ ਜਿਹੜੀ ਹੈ ਮੈਂ ਸਪਸ਼ਟ ਸ਼ਬਦਾਂ ਵਿੱਚ ਸਾਰੇ ਸੰਸਾਰ ਨੂੰ ਪ੍ਰਗਟ ਕਰਕੇ ਸੁਣਾ ਦੇਣੀ ਚਾਹੁੰਦਾ, ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਦੁੱਖ ਨਹੀਂ, ਕੋਈ ਡਰ ਨਹੀਂ। ਪਰ ਵੀਰ ਤੇਰੇ ਮਰਨ ਨਾਲ ਇੱਕ ਘਾਟਾ ਪਿਆ ਈ। ਘਾਟਾ ਇਹ ਪਿਆ ਕਿ ਤੂੰ ਮਰ ਕੇ ਤੇ ਮੈਨੂੰ ਰੰਕ ਬਣਾ ਦਿੱਤਾ, ਤੂੰ ਮੈਨੂੰ ਗਰੀਬ ਕਰ ਦਿੱਤਾ, ਕੰਗਾਲ ਕਰ ਦਿੱਤਾ ਈ। ਸ਼ੰਕਾਵਾਦੀ ਪੁੱਛਦਾ ਜੀ, ਇੱਕ ਪਾਸੇ ਤੁਸੀਂ ਕਹਿੰਦੇ ਹੋ ਦੁੱਖ ਕੋਈ ਨਹੀਂ, ਦੂਸਰੇ ਪਾਸੇ ਕਹਿੰਦੇ ਹੋ ਕੰਗਾਲ ਕਰ ਦਿੱਤਾ, ਫਿਰ ਕੰਗਾਲ ਕਿਵੇਂ ਹੋਇਆ? ਭਗਵਾਨ ਕਹਿਣ ਲੱਗੇ ਕੰਗਾਲ ਮੈਂ ਇਸ ਵਾਸਤੇ ਹੋਇਆ, ਮੈਂ ਬਚਨ ਕੀਤਾ ਸੀ ਜਦੋਂ ਮੇਰੇ ਕੋਲ ਵਿਭੀਸ਼ਣ ਆਇਆ ਸੀ, ਮੈਂ ਉਹਨੂੰ ਆਖਿਆ ਸੀ ਆਓ ਲੰਕਾਪਤੀ, ਆਓ ਲੰਕੇਸ਼ਵਰ। ਜਦੋਂ ਮੈਂ ਉਸ ਨੂੰ ਲੰਕੇਸ਼ਵਰ ਆਖ ਦਿੱਤਾ ਸੀ, ਜਦੋਂ ਤੱਕ ਲਛਮਣ ਮੇਘਨਾਦ ਨੂੰ ਨਹੀਂ ਮਾਰਦਾ, ਮੈਂ ਰਾਵਣ ਨੂੰ ਉਹਨਾਂ ਚਿਰ ਨਹੀਂ ਮਾਰ ਸਕਦਾ। ਜਿੰਨਾ ਚਿਰ ਰਾਵਣ ਨਹੀਂ ਮਰਦਾ ਉਹਨਾਂ ਚਿਰ ਵਿਭੀਸ਼ਣ ਰਾਜਗੱਦੀ ਤੇ ਨਹੀਂ ਬਹਿ ਸਕਦਾ। ਜਿੰਨਾ ਚਿਰ ਇਹ ਰਾਜਗੱਦੀ ਤੇ ਨਹੀਂ ਬਹੇਗਾ ਉਹਨਾਂ ਚਿਰ ਮੇਰਾ ਬਚਨ ਪੂਰਾ ਨਹੀਂ ਹੁੰਦਾ। ਜਿਸ ਮਨੁੱਖ ਦਾ ਬਚਨ ਪੂਰਾ ਨਾ ਹੋਵੇ ਅਸਲ ਵਿੱਚ ਉਹ ਕੰਗਾਲ ਹੁੰਦਾ। ਮੈਂ ਕੰਗਾਲ ਇਸ ਵਾਸਤੇ ਹੋ ਗਿਆ ਕਿ ਲਛਮਣ ਜਿਹੜਾ ਉਹ ਚਲਾ ਗਿਆ ਤੇ ਮੈਂ ਗਰੀਬ ਹੋ ਗਿਆ, ਕੰਗਾਲ ਹੋ ਗਿਆ, ਕਿਉਂਕਿ ਮੈਂ ਇਸ ਨੂੰ ਹਾਲੇ ਤੱਕ ਵਿਭੀਸ਼ਣ ਨੂੰ ਲੰਕਾ ਨਹੀਂ ਦੇ ਸਕਿਆ। ਮੇਰਾ ਅਰਜ਼ ਕਰਨ ਤੋਂ ਭਾਵ ਹੈ ਕਿ ਆਪਣੇ ਸੰਕਲਪ ਵਾਸਤੇ, ਆਪਣੇ ਮਿੱਥੇ ਹੋਏ ਨਿਸ਼ਾਨਿਆਂ ਵਾਸਤੇ, ਸੱਚ ਅਤੇ ਧਰਮ ਵਾਸਤੇ ਜਿਹੜੇ ਸੂਰਮੇ ਮੈਦਾਨੇ ਜੰਗ ਵਿੱਚ ਲੜਦੇ ਨੇ, ਉਹਨਾਂ ਵਾਸਤੇ ਗੁਰੂ ਕਲਗੀਧਰ ਪਾਤਸ਼ਾਹ ਫਰਮਾਨ ਕਰਦੇ ਨੇ ਉਹਨਾਂ ਦਾ ਤਾਣ ਵੀ ਸਫਲਾ ਹੈ, ਉਹਨਾਂ ਦਾ ਖਾਣਾ ਪੀਣਾ ਪਹਿਨਣਾ ਵੀ ਸਫਲਾ ਹੈ, ਉਹਨਾਂ ਦਾ ਵਾਰ ਕਰਨਾ ਵੀ ਸਫਲਾ ਹੈ, ਉਹਨਾਂ ਦਾ ਮਰ ਜਾਣਾ ਵੀ ਸਫਲਾ ਹੈ। ਅਸਲ ਵਿੱਚ ਉਹਨਾਂ ਦਾ ਹੀ ਜੀਵਨ ਸਫਲ ਹੈ, ਉਹਨਾਂ ਦੀ ਹੀ ਮੌਤ ਸਫਲੀ ਹੈ। ਦੁਰਗਾ ਅਤੇ ਦਾਨਵੀ ਗਹ ਸੰਗਰ ਇਕੱਠੇ। ਦੁਰਗਾ ਅਤੇ ਦਾਨਵਾਂ ਦਾ ਭਾਵ ਰਾਖਸ਼ਾਂ ਦਾ ਗਹ ਸੰਗਰ, ਗਹ ਤੋਂ ਭਾਵ ਗਾਉਣਾ ਵੀ ਲੈਂਦੇ ਨੇ, ਪਰ ਗਹ ਸੰਗਰ ਪਾਠ ਇਕੱਠਾ ਹੈ। ਸੰਗਰ ਦਾ ਭਾਵ ਹੈ ਯੁੱਧ, ਗਹ ਤੋਂ ਭਾਵ ਹੈ ਯੁੱਧ ਭੂਮੀ। ਜਿਸ ਤਰ੍ਹਾਂ ਸ਼ਬਦ ਹੈ ਦਰਗਾਹ, ਕਾਰਗਾਹ, ਇਸ ਤਰ੍ਹਾਂ ਦੇ ਸ਼ਬਦ ਜਿਹੜੇ ਨੇ ਗਾਹ ਤੋਂ ਭਾਵ ਹੁੰਦਾ ਹੈ ਗ੍ਰਹਿ ਭਾਵ ਘਰ। ਗਾਹ ਸੰਗਰ ਜਿਹੜਾ ਮੈਦਾਨਾ ਜੰਗ ਹੈ, ਮੈਦਾਨੇ ਜੰਗ ਨੂੰ ਗਾਹ ਸੰਗਰ ਸ਼ਬਦ ਵਰਤਿਆ। ਕਥੇ ਭਾਵ ਕਥਨ ਯੋਗ ਹੈ ਉਹਨਾਂ ਸੂਰਮਿਆਂ ਦਾ ਮੈਦਾਨੇ ਜੰਗ ਵਿੱਚ ਘੁੰਮਣਾ ਫਿਰਨਾ, ਜੰਗ ਕਰਨਾ ਕਥਨ ਯੋਗ ਹੈ, ਭਾਵ ਵਡਿਆਈ ਕਰਨ ਦੇ ਲਾਇਕ ਹੈ। ਓਰੜੀ ਉੱਠੇ ਸੂਰਮੇ ਆ ਡਾਹੇ ਮੱਥੇ। ਉੱਲਰ ਕੇ ਉਲਟ ਕੇ ਸੂਰਮੇ ਪੈ ਗਏ, ਉਹਨਾਂ ਨੇ ਇੱਕ ਦੂਜੇ ਨਾਲ ਮੱਥੇ ਜੋੜ ਲਏ, ਭਾਵ ਆਮੋ ਸਾਹਮਣੇ ਡਟਵਾਂ ਜੰਗ ਹੋਣ ਲੱਗਿਆ। ਕੱਟ ਤੁਫੰਗੀ ਕੈਬਰੀ ਦਲ ਗਾਹੇ ਨਿਕੱਥੇ। ਸੂਰਮੇ ਜਿਹੜੇ ਨੇ ਦਲ ਨੂੰ ਗਾਉਂਦੇ ਹੋਏ ਇਸ ਤਰ੍ਹਾਂ ਨਿਕਲ ਰਹੇ ਸਨ। ਉਹ ਕਿਸੇ ਦੇ ਕੱਟ ਤੁਫੰਗੀ ਕੈਬਰੀ,
ਉਹ ਤੀਰਾਂ ਨਾਲ ਤਲਵਾਰਾਂ ਨਾਲ ਇੱਕ ਦੂਜੇ ਨੂੰ ਕੱਟਦੇ ਹੋਏ ਮੈਦਾਨੇ ਜੰਗ ਨੂੰ ਆਉਂਦੇ ਹੋਏ ਅੱਗੇ ਨਿਕਲ ਰਹੇ ਸਨ। ਦੇਖਣ ਜੰਗ ਫਰੇਸਤੇ ਅਸਮਾਨੋਂ ਲੱਥੇ। ਐਸਾ ਸੂਰਬੀਰਤਾ ਭਰਿਆ ਜੰਗ ਵੇਖਣ ਵਾਸਤੇ ਅਸਮਾਨੋਂ ਦੇਵਤੇ ਫਰੇਸ਼ਤੇ ਉਤਰ ਆਏ। ਦੋਹਾਂ ਕੰਧਾਰਾਂ ਮੋਹ ਜੁੜੇ ਦਲ ਘੁਰੇ ਨਗਾਰੇ। ਦੋਹਾਂ ਪਾਸਿਆਂ ਦੇ ਸੂਰਮਿਆਂ ਦਾ ਆਪਸ ਵਿੱਚ ਯੁੱਧ ਹੋਇਆ। ਨਗਾਰੇ ਜਿਹੜੇ ਸਨ ਉਹ ਬੜੇ ਜ਼ੋਰ ਨਾਲ ਵੱਜ ਰਹੇ ਸਨ। ਓਰੜੇ ਆਏ ਸੂਰਮੇ ਸਰਦਾਰਣਿਆਰੇ। ਜੰਗ ਕਰਨ ਹਾਰੇ ਸੂਰਮੇ ਜਿਹੜੇ ਸਨ ਉਹ ਇੱਕ ਦੂਜੇ ਉੱਤੇ ਉਲਰ ਕੇ ਜਾ ਪਏ। ਲੈ ਕੇ ਤੇਗਾਂ ਬਰਸ਼ੀਆਂ ਹਥਿਆਰ ਉਭਾਰੇ। ਹੱਥਾਂ ਵਿੱਚ ਤੇਗਾਂ ਤਲਵਾਰਾਂ ਅਤੇ ਬਰਸ਼ੀਆਂ ਫੜ ਕੇ ਉਹਨਾਂ ਨੇ ਹਥਿਆਰ ਜਿਹੜੇ ਸਨ ਉਹ ਉੱਚੇ ਕੀਤੇ। ਟੋਪ ਪਟੇਲਾ ਪਾਖਰਾਂ ਗਲ ਸਾਂਝ ਸਵਾਰੇ। ਗਲਾਂ ਵਿੱਚ ਉਹਨਾਂ ਨੇ ਸੰਜੋਵਾਂ ਪਾਈਆਂ ਹੋਈਆਂ ਸਨ। ਸਿਰਾਂ ਉੱਤੇ ਲੋਹ ਟੋਪ ਪਾਏ ਹੋਏ ਸਨ। ਮੂੰਹ ਨੂੰ ਬਚਾਉਣ ਵਾਸਤੇ ਉਹਨਾਂ ਨੇ ਪਟੇਲਾਂ ਪਾਈਆਂ ਹੋਈਆਂ ਸਨ। ਉਹ ਆਪਣਾ ਪ੍ਰਬੰਧ ਕਰਕੇ ਦੁਸ਼ਮਣਾਂ ਦੇ ਵਾਰਾਂ ਤੋਂ ਆਪਣਾ ਪ੍ਰਬੰਧ ਕਰਕੇ ਉਹ ਮੈਦਾਨੇ ਜੰਗ ਵਿੱਚ ਆਏ ਸਨ। ਲੈ ਕੇ ਬਰਸ਼ੀ ਦੁਰਗਸ਼ਾ ਬਹੁ ਦਾਨਵ ਮਾਰੇ। ਦੁਰਗਾ ਦੇਵੀ ਨੇ ਹੱਥ ਵਿੱਚ ਬਰਸ਼ੀ ਫੜ ਕੇ ਬਹੁਤ ਸਾਰੇ ਦਾਨਵਾਂ ਦਾ ਸੰਘਾਰ ਕਰ ਸੁੱਟਿਆ। ਚੜੇ ਰਥੀ ਗਜ ਘੋੜਈ ਮਾਰ ਭੋਏ ਤੇ ਡਾਰੇ। ਜਿਹੜੇ ਰੱਥਾਂ ਉੱਤੇ ਚੜੇ ਹੋਏ ਸਨ, ਘੋੜਿਆਂ ਤੇ ਚੜੇ ਸਨ, ਹਾਥੀਆਂ ਤੇ ਚੜੇ ਸਨ, ਉਹਨਾਂ ਨੂੰ ਮਾਰ ਕੇ ਜ਼ਮੀਨ ਉੱਤੇ ਸੁੱਟ ਦਿੱਤਾ। ਜਾਣ ਹਲਵਾਈ ਸੀਖ ਨਾਲ ਵਿਨ ਵੜੇ ਉਤਾਰੇ। ਜਦੋਂ ਉਹ ਬਰਸ਼ੀ ਮਾਰ ਕੇ ਉਹਨਾਂ ਨੂੰ ਘੋੜਿਆਂ ਦੇ ਉੱਤੋਂ ਰੱਥਾਂ ਦੇ ਉੱਤੋਂ ਹੇਠਾਂ ਉਤਾਰ ਰਹੀ ਸੀ, ਭਾਵ ਸੁੱਟ ਰਹੀ ਸੀ ਥੱਲੇ, ਤੇ ਉਹ ਬਰਸ਼ੀ ਦੇ ਨਾਲ ਪਰੋਏ ਹੋਏ ਇਸ ਤਰ੍ਹਾਂ ਜਾਪਦੇ ਸਨ ਕਿ ਜਿਵੇਂ ਹਲਵਾਈ ਵੜੇ ਜਿਹੜੇ ਆ ਉਹ ਤਲ ਕੇ ਕਿਸੇ ਸੀਖ ਨਾਲ ਉਹਦੇ ਵਿੱਚੋਂ ਕੜਾਈ ਵਿੱਚੋਂ ਕੱਢ ਰਿਹਾ ਹੋਵੇ। ਦੋਹਾਂ ਕੰਧਾਰਾਂ ਮੋਹ ਜੁੜੇ ਨਾਲ ਧੌਂਸਾ ਭਾਰੀ। ਦੋਹਾਂ ਕੰਧਾਰਾਂ ਦੋਹਾਂ ਜਿਹੜੀਆਂ ਬਾਕਾਇਦਾ ਫੌਜਾਂ ਸਨ ਉਹਨਾਂ ਦਾ ਯੁੱਧ ਹੋਇਆ ਅਤੇ ਨਾਲ ਬਹੁਤ ਸਾਰੇ ਧੌਂਸੇ ਵੱਜੇ, ਨਗਾਰੇ ਵੱਜੇ। ਲਈ ਭਗਉਤੀ ਦੁਰਗਸ਼ਾ ਵਰ ਜਾਗਣ ਭਾਰੀ। ਚਮਕਦੀ ਅੱਗ ਵਰਗੀ ਜਿਹੜੀ ਬਰਸ਼ੀ ਸੀ ਉਹ ਦੁਰਗਸ਼ਾ ਭਾਵ ਦੁਰਗਾ ਦੇਵੀ ਨੇ ਆਪਣੇ ਹੱਥ ਵਿੱਚ ਫੜੀ ਹੋਈ ਹੈ। ਲਾਈ ਰਾਜੇ ਸੁੰਭਨੋ ਰਤ ਪੀਐ ਪਿਆਰੀ। ਕਿਉਂਕਿ ਹੁਣ ਸੁੰਭ ਆਪ ਆਇਆ, ਨਿਸੁੰਭ ਮਾਰਿਆ ਜਾ ਚੁੱਕਾ, ਵੱਡੇ ਵੱਡੇ ਸੈਨਾਪਤੀ ਮਾਰੇ ਜਾ ਚੁੱਕੇ ਨੇ, ਸੁੰਭ ਲੜਨ ਵਾਸਤੇ ਆਇਆ ਹੈ। ਇਸ ਵਾਸਤੇ ਉਹ ਰਾਜੇ ਸੁੰਭ ਨੂੰ ਮਾਰੀ ਹੈ ਉਹ ਬਰਸ਼ੀ। ਤੇ ਕਹਿੰਦੇ ਨੇ ਰਤ ਪੀਐ ਪਿਆਰੀ। ਪਿਆਰੀ ਦਾ ਭਾਵ ਹੁੰਦਾ ਹੈ ਪੀਣ ਵਾਲੀ, ਪਿਆਸੀ। ਜਿਹੜੀ ਰਤ ਦੀ ਬੜੀ ਪਿਆਸੀ ਸੀ ਉਹ ਤਲਵਾਰ, ਉਹ ਜਿਹੜਾ ਸ਼ਸਤਰ ਹੈ ਉਹ ਰਾਜੇ ਸੁੰਭ ਨੂੰ ਮਾਰ ਦਿੱਤਾ। ਸੁੰਭ ਪਲਾਣੋਂ ਡਿੱਗਿਆ ਉਪਮਾ ਵਿਚਾਰੀ। ਕਾਠੀ ਉੱਤੋਂ ਥੱਲੇ ਜਾ ਪਿਆ ਰਾਜਾ ਸੁੰਭ। ਗੁਰੂ ਗੋਬਿੰਦ ਸਿੰਘ ਸਾਹਿਬ ਫਰਮਾਨ ਕਰਦੇ ਨੇ, ਇਸ ਤਰ੍ਹਾਂ ਮੈਂ ਉਸ ਦੀ ਉਪਮਾ ਉਚਾਰਨ ਕੀਤੀ ਹੈ। ਡੁੱਬ ਰਤ ਨਾਲ ਉਹ ਨਿਕਲੀ ਬਰਸ਼ੀ ਦੋ ਧਾਰੀ। ਰਤ ਵਿੱਚੋਂ ਖੂਨ ਵਿੱਚੋਂ ਡੁੱਬ ਕੇ ਉਹ ਦੋ ਧਾਰੀ ਬਰਸ਼ੀ ਨਿਕਲੀ। ਜਾਣ ਰਜਾਦੀ ਉਤਰੀ ਪੈਨ ਸੂਹੀ ਸਾਰੀ। ਉਹ ਜਿਹੜੀ ਰਤ ਦੇ ਵਿੱਚੋਂ ਖੂਨ ਦੇ ਵਿੱਚੋਂ ਜਿਹੜੀ ਉਹ ਬਰਸ਼ੀ ਡੁੱਬ ਕੇ ਨਿਕਲੀ ਸੀ, ਡੁੱਬ ਰਤੂ ਨਾਲੋਂ ਨਿਕਲੀ ਬਰਸ਼ੀ ਦੋ ਧਾਰੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਜਾਣ ਰਜਾਦੀ ਉਤਰੀ। ਕੋਈ ਸ਼ਹਿਜ਼ਾਦੀ ਜਿਹੜੀ ਹੈ, ਰਾਜੇ ਦੀ ਧੀ ਜਿਹੜੀ ਹੈ, ਉਹ ਉਤਰੀ ਹੋਵੇ ਸੂਹੇ ਰੰਗ ਦੀ ਸਾੜੀ ਪਾ ਕੇ। ਦੁਰਗਾ ਅਤੇ ਦਾਨਵੀ ਭੇੜ ਭਇਆ ਸਬਾਹੀ। ਦੁਰਗਾ ਅਤੇ ਰਾਖਸ਼ਾਂ ਦਾ ਸਵੇਰ ਤੋਂ ਲੈ ਕੇ ਇਹ ਭੇੜ, ਇਹ ਸੰਗਰਾਮ ਹੋ ਰਿਹਾ ਹੈ। ਸ਼ਸਤਰ ਪੂਜਤ ਦੁਰਗਸ਼ਾ ਗਹ ਸਬਨੀ ਬਾਹੀ। ਸਾਰਿਆਂ ਹੱਥਾਂ ਵਿੱਚ ਦੁਰਗਾ ਨੇ ਸ਼ਸਤਰ ਫੜੇ। ਸ਼ਸਤਰ ਪਜੂਤੇ ਦੁਰਗਸ਼ਾ ਗਹ ਸਬਨੀ ਬਾਹੀ। ਸਾਰੇ ਹੱਥਾਂ ਵਿੱਚ ਸ਼ਸਤਰ ਫੜ ਕੇ ਉਹਨਾਂ ਨੂੰ ਮਜ਼ਬੂਤੀ ਨਾਲ ਪ੍ਰਯੋਗ ਕੀਤਾ। ਸੁੰਭ ਨਿਸੁੰਭ ਸੰਘਾਰਿਆ ਬਤ ਜੇਹ ਸ਼ਾਹੀ। ਸੁੰਭ ਅਤੇ ਨਿਸੁੰਭ ਨੂੰ ਸੰਘਾਰ ਦਿੱਤਾ, ਮਾਰ ਦਿੱਤਾ। ਇਸ ਦੇ ਦੋ ਪਾਠ ਕੀਤੇ ਜਾਂਦੇ ਨੇ। ਬਤ ਜੇਹ ਛਾਹੀ। ਬਤ ਤੋਂ ਭਾਵ ਹੈ ਬਤਖ ਦਾ ਬੱਚਾ, ਭਾਵ ਕੋਈ ਛੋਟਾ ਜਾਨਵਰ। ਜਿਸ ਤਰ੍ਹਾਂ ਜਿਹੜਾ ਬਾਜ ਹੈ, ਸ਼ਾਹੀਨ ਭਾਵ ਬਾਜ ਹੈ ਜਿਹੜਾ,
ਉਹ ਜਿਸ ਤਰ੍ਹਾਂ ਝਪਟ ਮਾਰ ਕੇ ਉਸ ਛੋਟੇ ਪੰਛੀ ਨੂੰ ਫੜ ਲੈਂਦਾ ਹੈ, ਇਸ ਤਰ੍ਹਾਂ ਦੇਵੀ ਦੁਰਗਾ ਨੇ ਸੁੰਭ ਅਤੇ ਨਿਸੁੰਭ ਨੂੰ ਮਾਰ ਦਿੱਤਾ। ਦੂਸਰਾ ਪਾਠ ਇਹ ਵੀ ਕੀਤਾ ਹੈ, ਬੱਥ ਜੇ ਹੈ ਸ਼ਾਹੀ, ਜਿਸ ਤਰ੍ਹਾਂ ਜਿਹੜੀ ਸ਼ਾਹਾਂ ਦੀ ਵਸਤੂ ਸੀ, ਭਾਵ ਬੜੇ ਕੀਮਤੀ ਬੰਦੇ ਜਿਹੜੇ ਰਾਕਸ਼ ਸਨ, ਬੜੇ ਵੱਡੇ ਸੂਰਮੇ ਸਨ, ਬੜੇ ਅਮੋਲ ਰਤਨ ਸਨ ਰਾਕਸ਼ਾਂ ਦੇ, ਉਹਨਾਂ ਨੂੰ ਮਾਰ ਸੁੱਟਿਆ। ਫੌਜਾਂ ਰਾਕਸਿਆਰੀਆਂ ਦੇਖ ਰੋਵਣ ਤਾਹੀਂ, ਰਾਕਸ਼ਾਂ ਦੀਆਂ ਫੌਜਾਂ ਆਪਣੇ ਰਾਜਿਆਂ ਨੂੰ ਔਰ ਰਾਜੇ ਦੇ ਭਰਾ ਨੂੰ, ਸੈਨਾਪਤੀਆਂ ਨੂੰ ਮਰਿਆ ਹੋਇਆ ਵੇਖ ਕੇ ਧਾਹਾਂ ਮਾਰ ਕੇ ਰੋ ਰਹੀਆਂ ਸਨ। ਮੋਹੇ ਕੜੁੱਚੇ ਕਾਹ ਦੇ ਛੱਡ ਘੋੜੇ ਰਾਹੀਂ, ਕਹਿੰਦੇ ਨੇ ਮੂੰਹ ਦੇ ਵਿੱਚ ਉਹਨਾਂ ਨੇ ਘਾਹ ਦੇ ਤੀਲੇ ਪਾ ਲਏ, ਘਾਹ ਦੇ ਕੱਖ ਪਾ ਲਏ। ਭਾਵ ਉਸ ਦਾ ਇਹ ਹੁੰਦਾ ਹੈ ਕਿ ਦੁਸ਼ਮਣ ਦੇ ਸਾਹਮਣੇ ਘਾਹ ਮੂੰਹ 'ਚ ਪਾਉਣ ਦਾ ਮਤਲਬ ਹੈ ਕਿ ਹੇ ਮਹਾਰਾਜ, ਅਸੀਂ ਤੇ ਆਪ ਜੀ ਦੀਆਂ ਗਊਆਂ ਹਨ, ਸਾਨੂੰ ਨਾ ਮਾਰੋ। ਮੋਹ ਕੜੂਚੇ ਘਾਹ ਦੇ ਛੱਡ ਘੋੜੇ ਰਾਹੀਂ, ਉਹਨਾਂ ਨੂੰ ਘੋੜਿਆਂ ਨੂੰ ਰਾਹ ਵਿੱਚ ਛੱਡ ਕੇ ਮੂੰਹ ਵਿੱਚ ਘਾਹ ਲੈ ਕੇ ਉਹ ਦੌੜ ਗਏ। ਭੱਜਦੇ ਹੋਏ ਮਾਰਿਅਨ ਮੁੜ ਝਾਕਣ ਨਾਹੀਂ, ਦੇਵਤੇ ਉਹਨਾਂ ਭੱਜਿਆਂ ਜਾਂਦਿਆਂ ਦੇ ਉੱਤੇ ਵੀ ਵਾਰ ਕਰ ਰਹੇ ਸਨ ਤੇ ਉਹਨਾਂ ਨੂੰ ਮੁੜ ਕੇ ਪਿਛਾਂ ਝਾਕਣ ਦਾ ਵੀ, ਪਿਛਾਂ ਨੂੰ ਵੇਖਣ ਦਾ ਵੀ ਮੌਕਾ ਨਹੀਂ ਸੀ ਮਿਲ ਰਿਹਾ। ਸੁੰਭ ਨਿਸੁੰਭ ਪਠਾਇਆ ਜਮਦੇ ਧਾਮ ਨੂੰ, ਸੁੰਭ ਅਤੇ ਨਿਸੁੰਭ ਨੂੰ ਦੇਵੀ ਦੁਰਗਾ ਨੇ ਕਾਲਕਾ ਦੀ ਸਹਾਇਤਾ ਨਾਲ ਜਮ ਦੇ ਧਾਮ ਨੂੰ ਮਾਰ ਕੇ ਪਹੁੰਚਾ ਦਿੱਤਾ। ਇੰਦਰ ਸੱਦ ਬੁਲਾਇਆ ਰਾਜ ਅਭਿਪੇਖ ਨੂੰ, ਰਾਜ ਤਿਲਕ ਵਾਸਤੇ ਇੰਦਰ ਨੂੰ ਸੱਦਾ ਭੇਜ ਦਿੱਤਾ। ਸਿਰ ਪਰ ਛਤਰ ਫਿਰਾਇਆ ਰਾਜੇ ਇੰਦਰ ਦੇ, ਇੰਦਰ ਰਾਜੇ ਦੇ ਸਿਰ ਉੱਤੇ ਛਤਰ ਫਿਰਾ ਦਿੱਤਾ, ਭਾਵ ਉਸ ਦੀ ਹਕੂਮਤ ਕਾਇਮ ਕਰ ਦਿੱਤੀ। 14 ਲੋਕਾ ਛਾਇਆ ਜਸ ਜਗ ਮਾਤ ਦਾ, ਇਸ ਪਰ ਉਪਕਾਰ ਵਾਸਤੇ ਦੇਵਰਾਜ ਇੰਦਰ ਨੂੰ ਫਿਰ ਤਖਤ ਦਿਵਾਉਣ ਵਾਸਤੇ 14 ਲੋਕਾਂ ਵਿੱਚ ਦੇਵੀ ਦੁਰਗਾ ਦਾ ਜਸ ਜਿਹੜਾ ਸੀ ਉਹ ਫੈਲ ਗਿਆ। ਦੁਰਗਾ ਪਾਠ ਬਣਾਇਆ ਸਭੇ ਪੌੜੀਆਂ, ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਫਰਮਾਨ ਕਰਦੇ ਹਨ, ਇਹ ਦੁਰਗਾ ਦੀ ਵਾਰ ਦਾ ਪਾਠ ਜਿਸ ਨੂੰ ਦੁਰਗਾ ਸਪਤਸਤੀ ਆਖਿਆ ਜਾਂਦਾ ਹੈ, ਉਸ ਦਾ ਇਹ ਸੁਤੰਤਰ ਅਨੁਵਾਦ ਹੈ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਫਰਮਾਨ ਕਰਦੇ ਨੇ, ਇਹਨਾਂ ਸਾਰੀਆਂ ਪੌੜੀਆਂ ਦੇ ਵਿੱਚ ਉਸ ਦਾ ਪਾਠ ਬਣਾਇਆ ਹੈ, ਭਾਵ ਉਸ ਦੀ ਉਪਮਾ ਕੀਤੀ ਹੈ, ਉਸ ਦੀ ਜੰਗ ਦੀ ਵਿਆਖਿਆ ਕੀਤੀ ਹੈ। ਫੇਰ ਨਾ ਜੂਨੀ ਆਇਆ ਜਿਨੇ ਹੁਗਾਇਆ, ਜਿਹੜਾ ਇਸ ਨੂੰ ਮਨ ਬਿਰਤੀ ਟਿਕਾ ਕੇ ਸਤਿਗੁਰੂ ਪਰਮੇਸ਼ਰ ਦੇ ਨਾਲ ਮਨ ਜੋੜ ਕੇ ਇਸ ਨੂੰ ਗਾਏਗਾ, ਉਹ ਫਿਰ ਸੰਸਾਰਿਕ ਜੂਨਾਂ ਵਿੱਚ, ਮਾਇਆਵੀ ਜੂਨਾਂ ਵਿੱਚ ਨਹੀਂ ਆਵੇਗਾ, ਉਸ ਦਾ ਜੰਮਣ ਮਰਨਾ ਕੱਟਿਆ ਜਾਵੇਗਾ। ਇੰਨੀਆਂ ਬੇਨਤੀਆਂ ਕਰਦਾ ਹੀ ਦਾਸ ਖਿਮਾ ਦਾ ਜਾਚਕ ਹੈ। ਸਤਿ ਸ਼੍ਰੀ ਅਕਾਲ। ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।